ਗੁਰੂ ਪਿਆਰਿਓ, ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਕਲਯੁਗ ਦੇ ਵਿੱਚ ਬੜਾ ਵੱਡਾ ਖਜ਼ਾਨਾ ਲੈ ਕੇ ਆਏ। ਮਹਾਰਾਜ ਸੱਚੇ ਪਾਤਸ਼ਾਹ ਨੇ ਖਜ਼ਾਨਾ ਆਣ ਕੇ ਸ਼ਬਦਾਂ ਦੇ ਰਾਹੀਂ ਇਸ ਕਾਇਨਾਤ ਦੇ ਵਿੱਚ ਵਰਤਾਇਆ। ਕੱਲਾ ਸ਼ਬਦਾਂ ਦਾ ਗਿਆਨ ਹੀ ਨਹੀਂ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ ਨੇ ਧਿਆਨ ਦੀ ਦ੍ਰਿਸ਼ਟੀ ਦੀ ਔਰ ਮਾਲਕ ਦੇ ਪ੍ਰਤਾਪ ਦੀ ਕਲਾ ਨੂੰ ਵਰਤਦਿਆਂ ਹੋਇਆਂ ਇਸ ਭੁੱਲੇ ਹੋਏ ਸੰਸਾਰ ਦੇ ਉੱਪਰ ਪਰਉਪਕਾਰ ਵੀ ਕੀਤਾ। ਇਹ ਨਹੀਂ ਕਿਸੇ ਭੇਦਭਾਵ ਦੇ ਨਾਲ ਗਿਆਨ ਦਿੱਤਾ ਗਿਆ, ਕੋਈ ਜਾਤ ਮਜ਼ਹਬ ਦੇਖ ਕੇ ਗਿਆਨ ਵੰਡਿਆ ਗਿਆ। ਸੱਚੇ ਪਾਤਸ਼ਾਹ ਨੇ ਜਾਤ ਸਮਝੀ ਤੇ ਅਕਾਲ ਪੁਰਖ ਦੀ, ਤੇ ਦਾਤ ਸਮਝੀ ਤੇ ਅਕਾਲ ਪੁਰਖ ਦੀ, ਜਿਹਨੂੰ ਮਹਾਰਾਜ ਕਹਿੰਦੇ ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਕਹਿੰਦੇ ਜੇ ਤੇਰੀਆਂ ਦਾਤਾਂ ਦੇ ਵਿੱਚ ਤੇਰੀ ਜੋਤ ਦੀ ਪਾਵਰ ਦੇ ਨਾਲ ਚੱਲਦਿਆਂ ਹੋਇਆਂ ਅਸੀਂ ਆਪ ਦੀਆਂ ਸਿਆਣਪਾਂ ਵਰਤੀਏ, ਆਪ ਦਾ ਨਾਮ ਜਤਾਈਏ, ਤੇ ਬੜੀ ਵੱਡੀ ਹਉਮੈ ਹੁੰਦੀ ਹੈ। ਸੱਚੇ ਪਾਤਸ਼ਾਹ ਦੀ ਦਿੱਤੀ ਦਾਤ ਹੋਵੇ ਤੇ ਨਾਮ ਆਪ ਦੇ ਕੱਢੀਏ। ਗੁਰਮੁਖ ਪਿਆਰਿਓ, ਮਾਲਕ ਦੀਆਂ ਸ਼ਰੀਕੀਆਂ ਕਰਨ ਵਾਲਿਆਂ ਨੂੰ ਦਰਗਾਹਾਂ ਦੇ ਵਿੱਚ ਜਗ੍ਹਾ ਨਹੀਂ ਮਿਲਦੀਆਂ। ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪ ਦੇ ਬੱਚਿਆਂ ਨੂੰ ਸਮਝਾਇਆ ਕਿ ਕਿਸੇ ਵੀ ਮਾਨੁਖ ਕੀ ਜਿਹੜੀ ਆ ਟੇਕ ਨਹੀਂ ਲੈਣੀ, ਤੁਸੀਂ ਅਕਾਲ ਪੁਰਖ ਦੀ ਟੇਕ ਲੈਣੀ ਹੈ। ਪੰਜਵੇਂ ਗੁਰੂ ਨਾਨਕ ਅਰਜਨ ਪਾਤਸ਼ਾਹ ਮਹਾਰਾਜ ਸੱਚੇ ਦੇਵ ਜੀ ਕਹਿੰਦੇ ਮਾਨਕ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਹਾਜ਼ਰ ਰਹਿਣਾ ਭਾਈ, ਨਾਲ ਨਾਲ ਬੋਲਣਾ ਹੈ ਸਾਰਿਆਂ ਨੇ, ਸੌਣਾ ਨਹੀਂ ਇੱਥੇ ਆ ਕੇ। ਕੀ ਕਹਿੰਦੇ? ਮਾਨਕ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨੁਖ ਤਾਂ ਮਾਨੁਖ ਹੈ, ਚਾਹੇ ਉਹ ਸੰਤ ਹੋਵੇ ਸਾਧ ਹੋਵੇ। ਭਾਵ ਕਿ ਜੇਕਰ ਸੰਤ ਵੀ ਮਨੁੱਖ ਹੈ, ਸਾਧ ਵੀ ਮਨੁੱਖ ਹੈ, ਪਰ ਉਹਦੇ ਮੁਖ ਤੇ ਉਹਦੀ ਦ੍ਰਿਸ਼ਟੀ ਤੇ ਬੈਠ ਕੇ ਸੰਤ ਸਾਧ ਨਹੀਂ ਦੇ ਰਿਹਾ, ਅਕਾਲ ਪੁਰਖ ਦੇ ਰਿਹਾ। ਨਾਮ ਹੋਵੇ ਤੇ ਅਕਾਲ ਪੁਰਖ ਦਾ ਹੋਵੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਸੱਚੇ ਪਾਤਸ਼ਾਹ ਦਾ ਜਿਹੜਾ ਇਲਾਹੀ ਖਜ਼ਾਨਾ ਲੈ ਕੇ ਆਏ ਸੀ ਦਰਗਾਹ ਚੋਂ, ਜਦੋਂ ਬਾਬਾ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤਾ ਨਾ, ਖਜ਼ਾਨਾ ਸੌਂਪਣ ਤੋਂ ਬਾਅਦ ਆਪ ਬਾਬਾ ਗੁਰੂ ਅੰਗਦ ਦੇਵ ਜੀ ਦੇ ਅੱਗੇ ਨਤਮਸਤਕ ਹੋਏ। ਕਿਉਂ ਹੋਏ? ਕਹਿੰਦੇ ਜਿਨ੍ਹਾਂ ਦਾ ਖਜ਼ਾਨਾ ਸੀ ਉਹਨਾਂ ਨੇ ਸਾਨੂੰ ਵਚਨ ਕੀਤਾ ਹੈ ਕਿ ਬਾਬਾ ਲਹਿਣਾ ਜੀ ਨੂੰ, ਬਾਬਾ ਅੰਗਦ ਜੀ ਨੂੰ ਸੌਂਪ ਦਿੱਤਾ ਜਾਏ। ਆਹ ਖਜ਼ਾਨਾ ਤੁਹਾਨੂੰ ਅਸੀਂ ਦਿੰਦੇ ਹਾਂ ਜੀ, ਅੱਜ ਤੋਂ ਅਸੀਂ ਵੀ ਤੁਹਾਡੇ ਤੋਂ ਲਾਹਾ ਲਵਾਂਗੇ। ਇਹ ਮੇਰੇ ਗੁਰੂ ਨਾਨਕ ਦੀ ਵਡਿਆਈ ਸੀ। ਇਹ ਭਾਵ ਜਿੰਨੀ ਦੇਰ ਤੱਕ ਗੁਰੂ ਅੰਗਦ ਦੇਵ ਜੀ ਦੇ ਵਿੱਚ ਨਹੀਂ ਹੋਇਆ, ਭਾਵ ਇਹ ਪ੍ਰਗਟ ਨਹੀਂ ਹੋਇਆ, ਉਨੀ ਦੇਰ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੱਦੀ ਗੁਰੂ ਅੰਗਦ ਦੇਵ ਤੱਕ ਨਹੀਂ ਆਈ। ਇਸ ਭਾਵ ਨੂੰ ਦੇਖ ਕੇ ਉਹਨਾਂ ਨੇ ਗੱਦੀ ਦਿੱਤੀ ਕਿ ਜਿਵੇਂ ਅੱਜ ਅਸੀਂ ਇਹਨਾਂ ਨੂੰ ਸੀਸ ਝੁਕਾ ਕੇ ਖਜ਼ਾਨਾ ਦਿੱਤਾ ਹੈ, ਕੱਲ ਨੂੰ ਜਦੋਂ ਇਹ ਗੱਦੀ ਇਹਨਾਂ ਨੇ ਦੇਣੀ ਹੈ, ਇਹ ਵੀ ਸੀਸ ਝੁਕਾਉਣਾ ਜਾਣਦੇ ਹੋ। ਜੇ ਕਿਸੇ ਅਨਾੜੀ ਨੂੰ ਦੇਣੀ ਚਾਹੁੰਦੇ ਤੇ ਉਹ ਗੁਰੂ ਨਾਨਕ ਦਾ ਖਜ਼ਾਨਾ ਲੈ ਕੇ ਫਿਰ ਮਨਮਤ ਦੁਆਰਾ ਵਰਤਾਉਂਦੇ। ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਸ ਪੱਧਰ ਤੱਕ ਪਹੁੰਚ ਗਏ ਸੀ, ਉਹਨਾਂ ਨੇ ਤਾਂ ਹੀ ਫਿਰ ਇਹ ਖਜ਼ਾਨਾ ਸੌਖਾ ਨਹੀਂ, 12 ਸਾਲ ਤੇ ਪਤਾ ਨਹੀਂ ਕਿੰਨੀ ਵੀ ਹੋਰ ਮਸ਼ੱਕਤ ਮਿਹਨਤ ਸੇਵਾ ਨਾਲ ਤੀਜੇ ਪਾਤਸ਼ਾਹ ਨੂੰ ਨਤਮਸਤਕ ਹੋਏ ਵੀ ਲਓ ਜੀ ਨਿਰੰਕਾਰ ਜੀ ਦਾ ਹੁਕਮ ਹੈ,
ਆ ਲੋ ਖਜ਼ਾਨਾ। ਫਿਰ ਭਾਈ ਮਨੁੱਖ ਦੀ ਇਹਦੇ ਵਿੱਚ ਕੀ ਹੈਸੀਅਤ ਹੈ? 10 ਪਾਤਸ਼ਾਹੀਆਂ ਤੱਕ ਇਹ ਖਜ਼ਾਨਾ ਆਇਆ ਹੈ। ਜਿਸਨੇ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਰਾਹੀਂ ਦਿੱਤਾ, ਫਿਰ ਗਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਗਿਆ, ਤੀਜੇ ਪਾਤਸ਼ਾਹ ਦੇ ਕੋਲ ਗਿਆ, 10ਵੇਂ ਪਾਤਸ਼ਾਹ ਤੱਕ ਜਾਂਦਿਆਂ ਹੁਕਮ ਹੋ ਗਿਆ ਕਿ ਇਸ ਖਜ਼ਾਨੇ ਦਾ ਭੇਤ ਸ਼ਬਦਾਂ ਦੇ ਵਿੱਚ ਦਰਜ ਕਰਕੇ ਸਾਜ ਨਵਾਜ ਕੇ ਵਾਪਸ ਆ ਜਾਓ। ਤੇ ਸਾਰਾ ਭੇਤ ਜਿਹੜਾ ਇਸ ਖਜ਼ਾਨੇ ਦਾ ਹੈ ਸ਼ਬਦਾਂ ਦੇ ਵਿੱਚ ਦਰਜ ਕਰ ਦਿਓ। ਕੱਲ ਨੂੰ ਜਿੰਨੇ ਖੋਜਣਾ ਹੈ ਭਾਈ ਸ਼ਬਦਾਂ ਦੇ ਵਿੱਚ ਖੋਜ ਲਏਗਾ, ਕਿਉਂਕਿ ਗੁਰਬਾਣੀ ਸੱਚੇ ਮਹਾਂਪੁਰਖਾਂ ਦੇ ਬਚਨ ਨੇ, ਜਿਹੜੇ ਮਸਤਕ ਦੇ ਉੱਪਰ ਸਾਡੇ ਪੂਰਨ ਗੁਰੂ ਬੈਠੇ ਨੇ। ਜਦੋਂ ਉਸ ਪੂਰਨ ਗੁਰੂ ਦੇ ਨਾਲ ਇੱਕ ਜੀਵ ਦਾ ਸੰਪਰਕ ਹੁੰਦਾ ਹੈ, ਮਿਹਰ ਹੁੰਦੀ, ਬੜੀ ਵੱਡੀ ਦਾਤ ਹੁੰਦੀ ਹੈ। ਜਦੋਂ ਅੰਦਰਲੇ ਗੁਰੂ ਦੇ ਬਚਨ ਸੁਣ ਕੇ ਉਹ ਬਾਹਰ ਸੁਣਾਉਣ ਲੱਗ ਜਾਂਦਾ, ਉਹ ਹੁੰਦੇ ਨੇ ਮਹਾਂਪੁਰਖ, ਜਿਨ੍ਹਾਂ ਦਾ ਅੰਦਰੋਂ ਮਹਾਂਪੁਰਖਾਂ ਦੇ ਨਾਲ ਸੰਪਰਕ ਹੋ ਗਿਆ। ਅੰਤਰਗਤ ਜਿਹੜਾ ਆਤਮ ਰਾਮ ਹੈ ਉਹਦੇ ਨਾਲ ਸੰਪਰਕ ਹੋ ਗਿਆ। ਤੇ ਜਿਨ੍ਹਾਂ ਦਾ ਅੰਦਰੋਂ ਮਹਾਂਪੁਰਖਾਂ ਦੇ ਨਾਲ ਸੰਪਰਕ ਨਹੀਂ, ਉਹ ਪੰਜਾਂ ਦੇ ਨਾਲ ਸੰਪਰਕ ਕਰਕੇ ਤੇ ਪੰਜਾਂ ਦੇ ਬਚਨ ਬੋਲਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਬਾਰੇ ਗੁਰਬਾਣੀ ਦੇ ਵਿੱਚ ਕਹਿੰਦੇ ਆ, ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, RAM ਜਣਾ ਮਿਲ ਮੰਗਲ ਗਾਇਆ। ਕਹਿੰਦੇ ਜਿਹੜੇ ਬਖਸ਼ੇ ਹੋਏ ਮਨ ਨੇ, ਉਹਨਾਂ ਮਨਾਂ ਦੇ ਉੱਪਰ ਆਪ ਅਕਾਲ ਪੁਰਖ ਕਿਰਪਾ ਕਰਕੇ ਉਹਨਾਂ ਦੇ ਨਾਲ ਜਿਹੜੇ ਵਸਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਹਾਬਲੀ ਨੇ ਨਾ ਜੀ, ਉਹਨਾਂ ਨੂੰ ਆਪ ਪਾਸੇ ਕਰਦੇ ਨੇ ਅਕਾਲ ਪੁਰਖ, ਜਿਹੜੇ ਉਹਨਾਂ ਦੀ ਨਜ਼ਰ ਦੇ ਵਿੱਚ ਮਨ ਆ ਜਾਂਦੇ ਨੇ। ਉਨ ਕੋ ਖਸਮ ਕੀਨੀ ਠਾਕ ਹਾਰੇ। ਕਹਿੰਦੇ ਨਾ ਜੀਵ ਪੰਜ ਵਸ ਕਰ ਸਕਦਾ ਹੈ ਤੇ ਨਾ ਹੁੰਦੇ ਨੇ। ਜਿਨ੍ਹਾਂ ਦੀ ਸੇਜ ਤੇ ਅਕਾਲ ਪੁਰਖ ਸੱਚਾ ਪਾਤਸ਼ਾਹ ਆਪ ਆਉਂਦਾ, ਜਿਨ੍ਹਾਂ ਤੇ ਨਜ਼ਰ ਕਰਦਾ ਜਿਹੜੇ ਮਨ ਦੇ ਉੱਤੇ। ਜਦੋਂ ਸਾਡੀਆਂ ਆਵਾਜ਼ਾਂ ਪੁਕਾਰਾਂ ਸੱਦੇ ਕੀਤੇ ਹੋਏ ਉਦਮ ਦੇ ਨਾਲ ਸਾਡੀਆਂ ਜੋਦੜੀਆਂ ਬੇਨਤੀਆਂ ਤੋਂ ਖੁਸ਼ ਹੁੰਦਾ ਹੈ, ਤੇ ਫਿਰ ਸਾਡੀ ਸੇਜ ਨੂੰ ਸਵਾਰਨ ਲਈ, ਸਾਡੇ ਮਨ ਨੂੰ ਸਵਾਰਨ ਲਈ, ਸਾਡੇ ਮਸਤਕ ਤੇ ਬੈਠਾ ਤਾਂ ਹਰ ਇੱਕ ਦੇ ਮਸਤਕ ਤੇ ਹੈ, ਪਰ ਪ੍ਰਗਟ ਹੋ ਕੇ ਜਣਾਉਂਦਾ ਏ। ਤੇ ਜਿਨ੍ਹਾਂ ਨੂੰ ਜਣਾਉਂਦਾ ਹੈ ਤੇ ਉਹਨਾਂ ਦੇ ਪੰਜਾਂ ਨੂੰ ਆਪ ਪਾਸੇ ਕਰਦਾ ਹੈ। ਕਹਿੰਦਾ ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਵਿਦਾਰੇ। ਖਤਮ ਕਰ ਦਿੱਤੇ ਦਾਸ ਦੇ ਨਾਲੋਂ। ਫਿਰ ਕਹਿੰਦੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਕਿਉਂਕਿ ਗੋਬਿੰਦ ਦਾ ਜਿਹੜਾ ਭਗਤ ਹੈ ਉਹ ਮਨ ਹੈ, ਪ੍ਰਕਾਸ਼ ਰੂਪੀ ਮਨ ਹੈ। ਉਹਦਾ ਵਾਸਾ ਪ੍ਰਕਾਸ਼ ਮਹਿਲ ਦੇ ਵਿੱਚ ਹੋ ਜਾਂਦਾ ਹੈ। ਭਾਵ ਕਿ ਦ੍ਰਿਸ਼ਟਮਾਨ ਸਰੀਰ ਤੋਂ ਉਹਦੀ ਸੁਰਤੀ ਟੁੱਟ ਕੇ ਉਹਨਾਂ ਦੀ ਜਿਹੜਾ ਖੇਲ ਸੁਰਤੀ ਕਰਕੇ ਜਿਹੜਾ ਹੈ ਦ੍ਰਿਸ਼ਟਮਾਨ ਸਰੀਰ ਤੋਂ ਟੁੱਟ ਕੇ ਸੂਖਮ ਮਹਿਲ ਦੇ ਨਾਲ ਜੁੜ ਜਾਂਦਾ ਹੈ। ਤੇ ਜਦੋਂ ਸੁਰਤੀ ਸਾਡੀ ਜਿਹੜਾ ਸਾਹਮਣੇ ਸਾਡੇ ਅਗੰਮ ਪ੍ਰਗਟ ਹੈ, ਪ੍ਰਕਾਸ਼ ਪ੍ਰਗਟ ਹੈ। ਆਮ ਤੌਰ ਤੇ ਬਹੁਤੇ ਜੀਵ ਜਿਹੜੇ ਕਹਿੰਦੇ ਨੇ ਕੁਦਰਤ ਸਾਹਮਣੇ ਹੈ, ਕੁਦਰਤ ਨੂੰ ਮੰਨੋ, ਪਰ ਇਸ ਕੁਦਰਤ ਦੇ ਵਿੱਚ ਕਾਦਰ ਰਮਿਆ ਹੋਇਆ। ਜਦੋਂ ਉੱਥੋਂ ਤੱਕ ਜਾਏਗਾ ਗਿਆਨ, ਫਿਰ ਗੱਲ ਬਣਨੀ ਹੈ। ਜਿਵੇਂ ਸਾਹਮਣੇ ਕੁਦਰਤ ਦਿਖਦੀ ਪਈ ਹੈ, ਕੱਲੀ ਕੁਦਰਤ ਨੂੰ ਨਹੀਂ ਦੇਖਣਾ, ਕੁਦਰਤ ਦੇ ਵਿੱਚ ਕਾਦਰ ਹੈ, ਇਹਦੇ ਵਿੱਚ ਪ੍ਰਕਾਸ਼ ਹੈ ਜਿਹੜਾ ਸਾਹਮਣੇ ਆ। ਫਿਰ ਪਤਾ ਲੱਗਦਾ ਕੁਦਰਤ ਦਿਸੈ, ਕੁਦਰਤ ਸੁਣੀਏ। ਭਾਵ ਕਿ ਉਸ ਕੁਦਰਤ ਦੇ ਵਿੱਚ ਜਿਹੜੀ ਸਾਹਮਣੇ ਆ ਸਾਜਨਾ ਕੀਤੀ ਹੈ, ਇਹਦੇ ਵਿੱਚ ਪ੍ਰਕਾਸ਼ ਦਿਸਦਾ ਵੀ ਹੈ ਤੇ ਇਹਦੇ ਵਿੱਚ ਲਗਾਤਾਰ ਵੱਜਦਾ ਹੋਇਆ ਨਾਦ ਸੁਣਦਾ ਵੀ ਹੈ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।
ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਕੁਦਰਤ ਦਿਸੈ ਕੁਦਰਤ ਸੁਣੀਐ। ਇਸ ਕੁਦਰਤ ਦੇ ਵਿੱਚ ਜਿਹੜਾ ਪ੍ਰਕਾਸ਼ ਹੈ ਕਾਦਰ ਰਮਿਆ ਹੋਇਆ ਹੈ, ਇਹਦੇ ਵਿੱਚ ਵੱਜਦਾ ਹੋਇਆ ਨਾਦ ਹੈ। ਜਦੋਂ ਦ੍ਰਿਸ਼ਟੀ ਧਿਆਨ ਉਹਦੇ ਤੇ ਚਲਾ ਜਾਂਦਾ ਹੈ, ਉਹਨੂੰ ਕਹਿੰਦੇ ਸੁਰਤੀ ਵਿਵੇਕ ਹੋ ਗਈ। ਜਦੋਂ ਸੁਰਤੀ ਵਿਵੇਕ ਹੋ ਜਾਂਦੀ ਏ ਤੇ ਸਾਡਾ ਜਿਹੜਾ ਮਨ ਹੈ, ਜਿੱਥੇ ਸਾਡੀ ਸੁਰਤ, ਜਿੱਥੇ ਸਾਡਾ ਧਿਆਨ ਜਿਵੇਂ ਪ੍ਰਕਾਸ਼ ਵਿੱਚ ਲੱਗ ਗਿਆ ਤੇ ਸਾਡਾ ਸੂਖਮ ਮਨ ਉਧਰ ਚਮਕਣ ਲੱਗ ਜਾਂਦਾ ਹੈ, ਉਧਰ ਚਲਾ ਜਾਂਦਾ ਹੈ ਧਿਆਨ ਕਰਕੇ। ਤੇ ਪੰਜਾਂ ਨੂੰ ਫਿਰ ਸਾਡਾ ਮਹਿਲ, ਸਾਡਾ ਮਨ ਲੱਭਦਾ ਨਹੀਂ। ਜਿਹਨੂੰ ਫੜਨਾ ਸੀ ਉਹ ਧਿਆਨ ਰੂਪ ਹੋ ਕੇ ਤਾਂ ਸਾਹਮਣੇ ਅਗੰਮ ਵਿੱਚ ਪ੍ਰਵੇਸ਼ ਹੋ ਗਿਆ। ਤੇ ਫਿਰ ਕਹਿੰਦੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ। ਫਿਰ ਉਹਦੇ ਤੇ ਵਸ ਨਹੀਂ ਚੱਲਦਾ ਤੇ ਇਸ ਕਰਕੇ ਉਹਦੇ ਅੱਗੇ ਨੀਵੇਂ ਹੋ ਕੇ ਇਹ ਸਹਿਜ ਹੋ ਜਾਂਦੇ ਨੇ, ਫਿਰ ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਮਹਾਰਾਜ ਉਹਨਾਂ ਦੇ ਪੰਜ ਆਪ ਜਿੱਤਦਾ ਹੈ। ਕਹਿੰਦੇ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀਹਾਰ। ਇਸ ਤਰ੍ਹਾਂ ਫਿਰ ਸਾਰੀ ਸ੍ਰਿਸ਼ਟੀ ਦੇ ਜਿਹੜੇ ਪੰਜ ਸਰਦਾਰ ਨੇ, ਜਿਹੜੇ ਸਾਰੀ ਸ੍ਰਿਸ਼ਟੀ ਦੇ ਸਵਾਸ ਲੁੱਟਦੇ ਆ, ਸਾਰੀ ਸ੍ਰਿਸ਼ਟੀ ਦਾ ਭਗਤੀ ਦਾ ਧਨ ਲੁੱਟਦੇ ਆ, ਸਾਰੀ ਸ੍ਰਿਸ਼ਟੀ ਦਾ ਬਲ ਲੁੱਟਦੇ ਆ, ਔਰ ਸ੍ਰਿਸ਼ਟੀ ਨੂੰ ਸੰਸਾਰ, ਅੰਧੇ ਸੰਸਾਰ ਨੂੰ ਜੂਨਾਂ ਦੇ ਵਿਚਾਰਾਂ ਦੇ ਦੁੱਖ ਦੇ ਵਿੱਚੋਂ ਨਿਕਲਣ ਨਹੀਂ ਦਿੰਦੇ। ਉਹ ਪੰਜ ਕਹਿੰਦੇ ਰਾਮ ਭਗਤ ਦੇ ਪਾਣੀਹਾਰ ਬਣ ਗਏ, ਭਾਵ ਕਿ ਸਰੀਰ ਤੱਕ ਸੀਮਤ ਰਹਿ ਜਾਂਦੇ ਨੇ, ਮਨ ਤੱਕ ਨਹੀਂ ਸੀਮਤ ਹੁੰਦੇ। ਪਾਣੀਹਾਰ ਦਾ ਮਤਲਬ ਹੈ ਸਰੀਰ ਸਾਡਾ ਪਾਣੀ ਤੋਂ ਬਣਿਆ, ਇਸ ਪਾਣੀ ਤੱਕ ਸੀਮਤ ਰਹਿ ਜਾਂਦੇ ਆ, ਸਿਰਫ ਤਨ ਤੱਕ, ਮਨ ਦੇ ਉੱਪਰ ਕੋਈ ਜ਼ੋਰ ਨਹੀਂ ਰਹਿੰਦਾ। ਜਗਤ ਪਾਸ ਤੇ ਲੇਤੇ ਦਾਨ, ਕਹਿੰਦੇ ਜਗਤ ਕੋਲੋਂ ਤਾਂ ਸਾਰਾ ਦਿਨ ਦਾਨ ਲੈਂਦੇ ਨੇ। ਕੀ ਦਾਨ ਲੈਂਦੇ ਨੇ ਜੀ? ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਮੋ ਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਉਹਨਾਂ ਦਾ ਅੰਮ੍ਰਿਤ ਰਸ ਲੁੱਟਦੇ ਆ, ਜਿਹੜੀ ਇਲਾਹੀ ਖੁਰਾਕ ਹੈ ਸਾਡੇ ਮਨ ਦੀ। ਉਹਨਾਂ ਕੋਲੋਂ ਸਵਾਸਾਂ ਦਾ ਧਨ ਲੁੱਟਦੇ ਆ। ਜਗਤ ਪਾਸ ਤੇ ਲੇਤੇ ਦਾਨ, ਜਿਵੇਂ ਅਸੀਂ ਕੋਈ ਵੀ ਕਮਾਈ ਕਰਦੇ ਆ, ਸਾਨੂੰ ਅੰਦਰੋਂ ਬਹੁਤ ਸਵਾਲ ਆਉਂਦੇ ਨੇ, ਸਾਨੂੰ ਹਰ ਵਕਤ ਕਰਮ ਦੀ ਸੇਵਾ ਵਿੱਚ ਲਾਈ ਰੱਖਦੇ ਨੇ। ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰਾਏ ਸਲਾਮ। ਸਲਾਮ ਕਰਦੇ ਗੋਬਿੰਦ ਭਗਤ ਨੂੰ। ਲੂਟ ਲੈ ਸਾਕਤ ਪਤ ਖੋਵੈ, ਸਾਧ ਜਨਾ ਪਗ ਮਲ ਮਲ ਧੋਵੈ। ਹੁਣ ਸਾਕਤ ਨੂੰ ਤਾਂ ਕਹਿੰਦੇ ਦਿਨ ਰਾਤ ਲੁੱਟੀ ਜਾਂਦੇ ਨੇ, ਉਹਦੀ ਪੱਤ ਹੀ ਖੋ ਜਾਂਦੀ ਹੈ। ਕਈ ਤਾਂ ਸਾਕਤਾਂ ਨੂੰ ਇੰਨਾ ਬੇਬਰਕਤਾ ਕਰ ਦਿੰਦੇ ਨੇ, ਉਹ ਕਹਿੰਦੇ ਨੇ, ਆਮ ਹੀ ਕਈ ਜੀਵ ਕਹਿਣ ਲੱਗ ਜਾਂਦੇ ਨੇ ਜੀ ਸਾਡੇ ਘਰ ਤਾਂ ਇਹੋ ਜਿਹੀਆਂ ਸਿਚੁਏਸ਼ਨ ਬਣ ਗਈ ਆ ਜੀ, ਜਿੱਧਰ ਹੱਥ ਪਾਈਏ ਘਾਟਾ ਹੀ ਘਾਟਾ ਪੈਂਦਾ ਜੀ। ਪੈਸੇ ਗਿਣ ਲਈਏ ਉਧਰ ਘਾਟਾ, ਰਿਜ਼ਕ ਵਿੱਚ ਚਲੇ ਜਾਈਏ ਉਧਰ ਘਾਟਾ, ਪਰਿਵਾਰ ਵਿੱਚ ਸਾਡੇ ਨਹੀਂ ਬਣਦੀ, ਕੁੜੀਆਂ ਜਵਾਈ ਧੀਆਂ ਭੈਣਾਂ ਨਾਲ ਸਾਡੀ ਲੜਾਈ ਰਹਿੰਦੀ ਹੈ, ਗਲੀ ਵਿੱਚ ਜਾਈਏ ਕੁੱਤੇ ਪੈ ਜਾਂਦੇ ਨੇ, ਛੱਤ ਤੇ ਚੜੀਏ ਡੂਮਣਾ ਵੱਢ ਜਾਂਦਾ। ਇੰਨਾ ਲੁੱਟ ਲਿਆ। ਗੱਲ ਐ ਹੈ ਨਾ ਵੀ ਜਿੱਧਰ ਬੰਦਾ ਹੱਥ ਪਾਉਂਦਾ ਘਾਟਾ ਹੀ ਘਾਟਾ। ਕਦੇ ਮੀਂਹ ਨਾਲ ਫਸਲ ਮਰ ਗਈ, ਕਦੇ ਦੁਕਾਨ ਡੁੱਬ ਗਈ, ਕਦੇ ਵਪਾਰ ਡੁੱਬ ਗਿਆ। ਸਾਡੇ ਨਾਲ ਤਾਂ ਹੀ ਕੁਛ ਹੋਈ ਜਾਂਦਾ, ਸਾਡਾ ਮਨ ਨਹੀਂ ਜੇ ਲੱਗਦਾ। ਲੂਟ ਲੈ ਸਾਕਤ ਪਤ ਖੋਵੈ, ਕਹਿੰਦੇ ਸਾਕਤ ਨੂੰ ਤਾਂ ਲੁੱਟ ਲੈਂਦੇ ਨੇ, ਕੋਈ ਇੱਜ਼ਤ ਨਹੀਂ ਰਹਿਣ ਦਿੰਦੇ ਉਹਦੀ ਕਿਸੇ ਪਾਸੇ। ਪਤ ਖੋਵੈ, ਪਤ ਹੁੰਦੀ ਇੱਜ਼ਤ। ਲੂਟ ਲੈ ਸਾਕਤ ਪਤ ਖੋਵੈ, ਕਹਿੰਦੇ ਸਾਧ ਜਨਾ ਪੱਗ ਮਲ ਮਲ ਧੋਵੈ। ਤੇ ਜਿਨ੍ਹਾਂ ਦਾ ਸਾਧੂਆਂ ਦੇ ਨਾਲ ਸੰਪਰਕ ਹੋ ਗਿਆ, ਉਹਨਾਂ ਦੇ ਤਾਂ ਕਹਿੰਦੇ ਮਲ ਮਲ ਕੇ ਪੈਰ ਧੋਂਦੇ ਨੇ ਵੀ ਆਹ ਗੁਰਮੁਖ ਦੀ ਅਸੀਂ ਸੇਵਾ ਕਰਨੀ ਹੈ। ਗੁਰਮੁਖਾਂ ਨੂੰ ਘਰ ਵਿੱਚ ਹੀ ਇੰਨੀ ਬਰਕਤ ਹੈ, ਉਹਨਾਂ ਦਾ 10ਵੇਂ ਘਰ ਦੇ ਵਿੱਚ ਚੜਿਆ ਹੋਇਆ ਮਨ ਆਨੰਦ ਵਿੱਚ ਅੰਮ੍ਰਿਤ ਜਲ ਨਾਦ ਧੁਨੀਆਂ ਬਿਸਮਾਦ ਰਹਿੰਦਾ ਹੈ। ਸਾਰੀ ਦਿਹਾੜੀ ਇਸ ਸਰੀਰ ਇਸ ਤ੍ਰੈਗੁਣ ਵਿੱਚ ਆਉਂਦਾ ਹੀ ਨਹੀਂ। ਅਗੰਮ ਦੀਆਂ ਬਾਤਾਂ, ਉਧਰ ਦੀਆਂ ਵਿਚਾਰਾਂ, ਉਧਰ ਦੀਆਂ ਗੱਲਾਂ, ਤੇ ਤਨ ਵੀ ਉਹਨਾਂ ਦਾ ਖੁਸ਼ ਰਹਿੰਦਾ ਹੈ, ਖੁਸ਼ਹਾਲ। 184 ਮੇਦਣੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ। ਇਹ ਜਿਹੜੇ ਵੈਰੀ ਪੰਜ ਹੁੰਦੇ ਨੇ, ਉਹਨਾਂ ਦੇ ਮਿੱਤਰ ਬਣਾ ਦਿੰਦਾ ਮਾਲਕ, ਵੀ ਇਹਦਾ ਮੰਦਾ ਨਹੀਂ ਕਰਨਾ, ਇਹਦੀ ਸੇਵਾ ਕਰਨੀ ਆ।
ਪੰਜ ਗੁਰਮੁਖ ਦੀ ਤਾਂ ਸੇਵਾ ਕਰਦੇ ਆ। ਕੀ ਕਹਿੰਦੇ? ਲੂਟ ਲੈ ਸਾਕਤ ਪਤ ਖੋਵੈ, ਸਾਧ ਜਨਾ ਪਗ ਮਲ ਮਲ ਧੋਵੈ, ਪੰਚ ਪੂਤ ਜਣੇ ਇੱਕ ਮਾਏ, ਉਤਪੁਜ ਖੇਲ ਕਰ ਜਗਤ ਵਿਆਏ। ਕਹਿੰਦੇ ਇਹ ਪੰਜੇ ਇੱਕੋ ਮਾਂ ਦੇ ਪੁੱਤਰ ਜੇ। ਉਹ ਮਾਂ ਕਿਹੜੀ ਹੈ ਜੀ? ਦੱਸੋ ਬਈ, ਕਿਹੜੀ ਮਾਂ ਹੈ? ਮਾਇਆ। ਮਾਇਆ ਕਿਹੜੀ? ਆ ਪੌਣ, ਆ ਵਿਚਾਰ, ਆ ਆਕਾਰ, ਇਹ ਮਾਇਆ ਦੇ ਹੀ ਪੁੱਤ ਨੇ। ਇਹਨਾਂ ਨੇ ਮਾਇਆ ਦ੍ਰਿੜ ਕਰਾਉਣੀ ਹੈ। तीन गुणा के संग रच रसे, इनको छोड़ ऊपर जन बसे। ये त्रै गुणा दे विच रचे ने, इन्हां ने त्रै गुण दृढ़ कराउणा ते जिहड़ा जन हुंदा है कहंदे इनको छोड़ ऊपर जन बसे। पंजां नूं त्रै गुणा नूं छड्ड के जन जिहड़ा दृष्टि ध्यान ऊपर लै जांदा है। ऊपर भाव जे अंतरगत नेत्र बंद ने ते मस्तक वाले बन्ने, ते जे अखां खुल्लियां ने ते सामने उर्द विच अगम विच खाली खला विच। इनको छूड़ ऊपर जन बसे, कर किरपा जन लिए छडाए। महाराज ने किरपा की ते सानू छडा लिया, अंदर जुगती दस दित्ती। जिसके से तिन रखे हटाए। लो आ देखो, जिन्ने पंज बनाए सी, जिसके से ਤਿੰਨ रखे हटाए। जिन्हें ये पंजां नूं काम करो लोम हंकार विचारां नूं भवजल नूं पैदा कीता है, असीं तां उन्हां नूं बेनतियां जोदड़ियां कीतियां, उन्हां ने आपे हटा लए ते सानू नाम दा तोसा दे दिता भी आ नाम ते सच ते गुरमंत्र ते ध्यान रखिया जे गुरमुख प्यारिओ। आ मेरे विच तुसीं ध्यान धरो, आपदे ध्यान नूं एकागर करो, आपदे ध्यान नूं फड़ो ते जिथे मेरा वासा है, जिथे तुहाडे घर है, उत्थे लै आओ, मैं आपे इन्हां नूं कंट्रोल कर लांगा। जिसके से तिन रखे हटाए, कहो नानक भगत प्रभ सार, बिन भगती सब होए खुआर। फिर भगती शुरू होती कहंदे उत्थे। ते महाराज सच्चे पातशाह ने यही सानू कहानी समझाई है कि तुसी सच निरंकार दी सेवा दे नाल जुड़ो। मनुखां दी, किसी व्यक्ति विशेष दी, किसी भी पखंड विच, वर्त नेम सुच संयम विच, किसी भी किरिया विच, तीर्थां उपर, इन्हां तुसी जिहड़ा है भावनावां नूं, इन्हां रस्तियां नूं छड्ड दिओ। ਇਹ रस्ते तुहाडे मन दे विच खलार पैदा करनगे। क्योंकि महाराज ने भी कहा ना, सगल सियानप छाड़ कर सेवा सेवक साज। सियाणपा छड्डो, सियाणप छड्ड के विचार छड्ड के तुसी ध्यान रूप होके बैठो, अंतरगत बैठो। अपना आप सगल मिटाए, मन चिंदे सेई फल पाए। हो सावधान अपने गुर स्यों, आसा मनसा पूर्ण होवे, पावै सगल निधान गुर स्यों। सावधान हो जाओ, तो गुर तुहाडे अंदर बैठा है, आत्म राम तुहाडे अंदर है। वो प्रगट किवें होएगा? जिहड़ी संगत विचों सानू जुगती विधि पता लगदी है। जदों असी शब्द का अभ्यास करके, कला शब्द का अभ्यास नहीं करना, शब्द का अभ्यास करके मन का टिकाओ बनते सामने अंतरगत मन दे विच जिहड़ा सारे ब्रह्मंड दे विच ये प्रकाश रमिया होया है। कुदरत विच कादर है, कुदरत सब नूं दिखदी पई है, दृष्टमान कुदरत सब नूं दिखदी पई है। जिहड़ा इहदे विच सूखम कुदरत है, उहदी भी खोज करनी है। जदों उहदी खोज करांगे, ध्यान रूप होके देखांगे, एक दृष्ट करके देखना है। एक दृष्ट, कई गुरमुख कहते जी एक दृष्ट की हुंदी है? जिवें तुसी हुण सूई आ, सूई दे विच जदों तुसी धागा पाउणा हुंदा ते जिहड़ा सूई दे उपर मोरी आ, नक्का आ, सूरी दा जिहड़ा होल है, उहदे विच जदों असीं धागा पाउणा ते असीं ध्यान दे विच किवें उह सूई नूं देखदे आ जी? एक दृष्टि कर लेने हैं। ध्यान पूरा सूई दे नक्के दे उपर आपां ला लेने हैं, पूरा ध्यान साड़ियां दोनों अखां दा ध्यान सूई दे नक्के ते आ गया। फिर उहदे विचों असीं धागा लंघाउने आ, होर ने ते जिवें दूर करके सूई नहीं, जिन्हां दी निगाह नहीं कमजोर, नेड़े नेड़े सूई नूं बिल्कुल नेड़े कर लेंदे ने। पूरा ध्यान उहदे विच, श्वास आपां रोक लेने, ऐ श्वास रोक लांगे, साह रोक के सूई दे नक्के दे उपर पूरा ध्यान, सूई नूं जमां नेड़े करके फिर उहदे चों धागा टप जांदा।
ਇਹੀ ਜੁਗਤੀ ਸਾਹਮਣੇ ਲਾਉਣੀ, ਆ ਖਾਲੀ ਕਲਾ ਦੇ ਵਿੱਚ ਲਾਉਣੀ। ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ, ਮਪ ਮਪ ਕਾਟੂ ਜਮ ਕੀ ਫਾਸੀ। ਮਨ ਨੂੰ ਗਜ ਬਣਾ ਲੈਣਾ। ਗਜ ਭਾਵ 3 ਫੁੱਟ। ਇੱਕ ਗਜ ਕਿੰਨੇ ਫੁੱਟ ਦਾ ਹੁੰਦਾ ਜੀ? 3 ਫੁੱਟ ਦਾ ਇੱਕ ਗਜ ਹੁੰਦਾ। ਆਪਣੇ ਮਕਾਨ ਨੇ ਨਾ 200 ਗਜ, 400 ਗਜ, ਠੀਕ ਹੈ ਨਾ। ਗਜਾਂ 'ਚ ਸ਼ਹਿਰ 'ਚ ਮਿਣਦੇ ਨੇ, ਪਿੰਡਾਂ 'ਚ ਮਰਲਿਆਂ 'ਚ ਮਿਣਦੇ, ਕਨਾਲਾਂ 'ਚ ਮਿਣਦੇ। ਕਰੀਬਨ ਇੱਕ ਗਜ ਦੇ ਉੱਪਰ ਇਸ ਤਰ੍ਹਾਂ ਜਿਵੇਂ ਆਪਾਂ ਸੂਈ ਨੂੰ ਦੇਖਦੇ ਹਾਂ, ਇਸ ਤਰ੍ਹਾਂ ਇੱਕ ਦ੍ਰਿਸ਼ਟੀ ਕਰਕੇ ਅੱਖਾਂ ਨੂੰ ਢਿੱਲਾ ਛੱਡ ਕੇ, ਮਸਤਕ ਨੂੰ ਢਿੱਲਾ ਛੱਡ ਕੇ ਜਿਹੜੀ ਪਹਿਲੜੀ ਕੋਸ਼ਿਸ਼ ਕਰਨੀ ਹੈ। ਉਸ ਤੋਂ ਬਾਅਦ ਤਾਂ ਜੁਗਤੀਆਂ ਬਹੁਤ ਨੇੜੇ ਕਰ ਲਓ, ਬਿਲਕੁਲ ਧਿਆਨ, ਤੇ ਨਾਲ ਤੁਸੀਂ ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਇੱਕ ਦ੍ਰਿਸ਼ਟ ਕਰਕੇ, ਮਨ ਦੀ ਇੱਕ ਦ੍ਰਿਸ਼ਟ, ਸਰੀਰ ਨੂੰ ਭੁੱਲ ਕੇ ਅਸੀਂ ਅੱਗੇ ਚੱਲਾਂਗੇ ਤੇ ਅੱਗੋਂ ਕੁਦਰਤ ਵਿੱਚ ਰਮਿਆ ਹੋਇਆ ਤੁਹਾਨੂੰ ਕਾਦਰ ਵਿਖੇਗਾ। ਤੁਸੀਂ ਕਹੋਗੇ ਇਹ ਚੀਜ਼ ਤਾਂ ਅਸੀਂ ਪਹਿਲਾਂ ਵੇਖੀ ਨਹੀਂ। ਇਹ ਨਹੀਂ ਵੀ ਇੱਥੇ ਸੰਪੂਰਨ ਹੋ ਗਏ ਤੁਸੀਂ, ਵੀ ਸਾਨੂੰ ਦਿਖਿਆ, ਸਾਨੂੰ ਝਲਕ ਪਈ। ਇਹ ਤਾਂ ਠੀਕ ਹੈ ਵੀ ਤੁਹਾਨੂੰ ਪਛਾਣ ਹੋਈ, ਤੁਹਾਡੇ ਮਨ ਨੇ ਮੰਨਿਆ ਤਾਂ ਸਹੀ ਨਾ, ਕੁਦਰਤ ਦੇਖ ਰਹੇ ਮਨ ਮਾਨਿਆ, ਵੀ ਕੁਦਰਤ ਨੂੰ ਦੇਖ ਕੇ ਇਹਦੇ 'ਚ ਖੋਜਿਆ, ਫਿਰ ਮਨ ਮੰਨਿਆ ਵੀ ਵਾਕਿਆ ਇਹਦੇ ਵਿੱਚ ਪ੍ਰਕਾਸ਼ ਕੁਛ ਅਲੱਗ ਹੋਰ ਵੀ ਹੈਗਾ, ਜੋ ਸਾਫ਼ ਪ੍ਰਕਾਸ਼ ਹੈ, ਜਿਹਨੂੰ ਉਹੀ ਤਾਂ ਦਸਮ ਪਾਤਸ਼ਾਹ ਕਹਿੰਦੇ ਪਿਆ, ਜਿਮੀ ਜਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਬਾੜ ਘਟ ਹੋਤਾ। ਵੀ ਜਿਮੀ ਤੇ ਜਮਾਨ ਦੇ ਵਿੱਚ ਇੱਕ ਜੋਤ ਜੇ, ਉਹੀ ਪ੍ਰਮਾਤਮਾ ਪ੍ਰਕਾਸ਼ ਹੈ। ਉਹਦੀ ਪਹਿਲਾਂ ਪਛਾਣ ਕਰੋ, ਫਿਰ ਉਹਦੀ ਪਛਾਣ ਕਰਨ ਤੋਂ ਬਾਅਦ ਤੁਹਾਡੇ ਮਨ ਵਿੱਚ ਕਿਵੇਂ ਪ੍ਰਗਟ ਹੋਏ, ਤੁਹਾਡੇ ਅੰਤਰਗਤ ਤੋਂ ਕਿਵੇਂ ਪ੍ਰਗਟ ਹੋਏ, ਇਹ ਸਾਧੂਆਂ ਤੋਂ ਫਿਰ ਪੁੱਛੋ। ਕੀ ਕਹਿੰਦੇ? ਕਹੋ ਕਬੀਰ ਖੋਜੋ ਆਸਮਾਨ, ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੂ ਆਣ। ਪਰ ਖੋਜਣਾ ਕੀ ਹੈ ਅਸਮਾਨ ਵਿੱਚ? ਇਹ ਨਹੀਂ ਵੀ ਨੀਲਾ ਰੰਗ ਵਿਖਦਾ ਹੈ, ਲਾਲ ਦਿਖਦਾ ਹੈ, ਹਰਾ ਲਾਲ ਪੀਲਾ ਦਿਖਦਾ ਹੈ। ਰਾਮ ਦੇਖੋ ਉਹਦੇ ਵਿੱਚ, ਰਾਮ, ਰਾਮ ਸਮਾਨ ਨਾ ਦੇਖੂ ਆਣ। ਹੋਰ ਨਹੀਂ ਕੁਝ ਦੇਖਣਾ। ਰਾਮ ਕੀ ਹੈ ਜੀ? ਇੱਕ ਰਾਮ ਤਾਂ ਨਿਰੰਕਾਰ ਹੈ, ਇੱਕ ਗੁਰਬਾਣੀ ਵਿੱਚ ਆਤਮ ਰਾਮ ਹੈ, ਜਿਹੜਾ ਸਾਡੇ ਅੰਦਰ ਸਾਨੂੰ ਸੁਝਾਅ ਦਿੰਦਾ ਹੈ, ਸਾਨੂੰ ਪਾਲਦਾ ਹੈ, ਮਾੜੇ ਚੰਗੇ ਤੋਂ ਟੋਕਦਾ ਹੈ, ਸਾਨੂੰ ਬ੍ਰਹਮ ਦਾ ਗਿਆਨ ਅੰਦਰ ਦਿੰਦਾ ਹੈ, ਉਹ ਆਤਮ ਰਾਮ ਹੈ। ਇੱਕ ਰਾਮ ਹੈ ਦਸ਼ਰਥ ਜੀ ਦਾ ਪੁੱਤਰ ਅਵਤਾਰ। ਗੁਰਬਾਣੀ ਵਿੱਚ 3 ਰਾਮਾਂ ਦਾ ਜ਼ਿਕਰ ਆਇਆ। ਇੱਕ ਰਾਮ ਤਾਂ ਸਾਹਮਣੇ ਜਿਹੜਾ ਕੁਦਰਤ ਵਿੱਚ ਰਮਿਆ ਹੋਇਆ ਹੈ, ਜਿਹਨੂੰ ਰਾਮ ਕਿਹਾ, ਅੱਲਾ ਕਿਹਾ, ਹਰੀ ਕਿਹਾ, ਵਾਹਿਗੁਰੂ ਕਿਹਾ, ਦਮੋਦਰ ਕਿਹਾ, ਦੀਨ ਦਿਆਲ ਕਿਹਾ, ਸਾਰਾ ਰਾਮ ਰਮਿਆ ਹੋਇਆ। ਇੱਕ ਆਤਮ ਰਾਮ ਹੈ, ਜਿਹੜਾ ਇਹ ਹੀ ਸਾਹਮਣੇ ਰਮਿਆ ਹੋਇਆ ਰਾਮ ਹੈ। ਇਹ ਜੋਤ ਸਰੂਪ ਹੋ ਕੇ ਜਦੋਂ ਸਾਡੀ ਦੇਹੀ ਵਿੱਚ ਪ੍ਰਗਟ ਹੋ ਗਿਆ, ਜਿਹਨੂੰ ਆਤਮਾ ਕਹਿੰਦੇ ਨੇ, ਉਹ ਆਤਮ ਰਾਮ ਹੈ, ਜਿਹੜਾ ਸਾਨੂੰ ਬ੍ਰਹਮ ਦਾ ਗਿਆਨ ਦਿੰਦਾ ਹੈ, ਸਾਨੂੰ ਅੰਦਰੋਂ ਅਡੋਲ ਕਰਦਾ ਹੈ, ਮਾੜੇ ਚੰਗੇ ਤੋਂ ਰੋਕਦਾ ਹੈ, ਅੰਮ੍ਰਿਤ ਰਸ ਦਿੰਦਾ ਹੈ, ਸਾਰੀ ਸਾਡੀ ਪਾਲਣਾ ਕਰਦਾ ਹੈ। ਆਤਮ, ਜਿਹਨੂੰ ਮਹਾਰਾਜ ਨੇ ਕਿਹਾ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਬਾਹਰਲੇ ਰਾਮ ਦੀ ਪਛਾਣ ਹੋ ਗਈ, ਆਤਮਾ ਨਾਲ ਮਨ ਵਿਚਾਰਾਂ ਕਰਦਾ ਵੀ ਆਨੰਦ ਹੋ ਗਿਆ, ਮਾਂ ਵੀ ਕਿਹਾ ਉਹਨੂੰ ਗੁਰਬਾਣੀ 'ਚ। ਤੇ ਤੀਜਾ ਰਾਮ ਕਿਹੜਾ ਜੀ? ਦਸ਼ਰਥ ਜੀ ਦਾ ਪੁੱਤਰ ਰਾਜਾ ਰਾਮ, ਜਿਹੜੇ ਪ੍ਰਚਾਰ ਕਰਨ ਆਏ ਸਨ ਤ੍ਰੇਤਾ ਯੁੱਗ ਵਿੱਚ। ਇਹ 3 ਰਾਮ। ਅਸੀਂ ਕਿਹੜੇ ਰਾਮ ਦੀ ਪਛਾਣ ਕਰਨੀ ਹੈ ਜੀ? ਜਿਸ ਆ ਸਾਹਮਣੇ ਨਿਰੰਕਾਰ ਰਾਮ, ਜਿਹਦੇ ਵਿੱਚੋਂ ਸਾਰੀ ਪ੍ਰਜਾ ਪੈਦਾ ਹੋਈ ਹੈ। ਇਹਨੂੰ ਪਹਿਲਾਂ ਕੁਦਰਤ 'ਚ ਦੇਖਣਾ ਹੈ ਵੀ ਵਾਕਿਆ ਕੁਦਰਤ ਵਿੱਚ ਰਾਮ ਰਮਿਆ ਹੋਇਆ। ਤਰੀਕਾ ਦੱਸਦਾ ਤੁਹਾਨੂੰ ਹੁਣ, ਇੱਕ ਦ੍ਰਿਸ਼ਟੀ ਕਰਕੇ ਨਾਲ ਆਵਾਜ਼ ਦੇਣੀ ਇਹਨਾਂ ਨੂੰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਸੌਖਾ ਦਿਖ ਜਾਂਦਾ, ਕੋਈ ਵੀ ਦੇਖ ਸਕਦਾ ਹੈ ਜੇ ਨਿਰਮਲ ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਹਮਣੇ ਰਾਮ ਹੈ। ਤੇ ਉਹ ਹੈ ਕਿਵੇਂ ਦੇ ਨੇ? ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਵੈ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਕੋਈ ਨੀਲਾ ਲਾਲ ਹਰਾ ਪੀਲਾ ਕੋਈ ਜੋਤ ਜਾਂ ਕੋਈ ਦੀਵਾ ਨਹੀਂ ਬਣਿਆ ਹੋਣਾ, ਜਿਹੜੀਆਂ ਅੱਜ ਲੋਕੀ ਜਗਾਉਣਗੇ 9 ਵਜੇ। ਕੋਈ ਮੋਮਬੱਤੀ ਨਹੀਂ ਆਉਣੀ, ਕੋਈ ਟਾਰਚ ਨਹੀਂ, ਕੋਈ ਜੋਤ ਕੋਈ ਐਸੀ ਨਹੀਂ, ਕੋਈ ਗੋਲ ਨੀਲਾ ਹਰਾ ਪੀਲਾ ਚਿੱਟਾ ਚੌਰਸ ਤ੍ਰਿਕੋਣਾ ਇਹੋ ਜਿਹਾ ਨਹੀਂ। ਸਭ ਪਾਸੇ ਰਮਿਆ ਹੋਇਆ
ਰਮੋ ਰਾਮ ਰਮ ਮਨਮੋਹਨ ਭਰੀਜੈ। ਜਿਵੇਂ ਧਿਆਨ ਦੇ ਵਿੱਚ ਲੈ ਕੇ ਸਿਮਰਨ ਕਰਕੇ ਦੇਖੋਗੇ, ਜਿੱਧਰ ਵੀ ਦੇਖੋਗੇ ਸਾਫ ਪ੍ਰਕਾਸ਼। ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਦਰਪਣ ਹੁੰਦਾ ਸ਼ੀਸ਼ੇ ਤਰ੍ਹਾਂ। ਤੁਹਾਨੂੰ ਪਤਾ ਲੱਗ ਗਿਆ। ਫਿਰ ਉਸ ਤੋਂ ਬਾਅਦ ਇਹੀ ਰਾਮ ਤੁਹਾਡੇ ਅੰਦਰ ਬੋਲਦਾ ਹੈ, ਉਹਦੀ ਪਛਾਣ ਕਰਨੀ ਤੁਸੀਂ, ਜਿੰਦੇ ਮਨੋਰਥ ਲਈ ਤੁਸੀਂ ਆਏ ਹੋ। ਤੁਹਾਨੂੰ ਪਤਾ ਲੱਗ ਗਿਆ ਵੀ ਕੱਲੀ ਕੁਦਰਤ ਨਹੀਂ, ਕੁਦਰਤ ਦੇ ਵਿੱਚ ਕਾਦਰ ਵੀ ਹੈ, ਕੋਈ ਜੋਤ ਵੀ ਹੈ। ਖਾਲੀ ਖਲਾ ਵਿੱਚ ਦਿਖੇਗਾ, ਕਿਸੇ ਵੀ ਆਕਾਰ ਦੇ ਉੱਪਰ ਜਦੋਂ ਦਿਵ ਦ੍ਰਿਸ਼ਟੀ ਦੁਆਰਾ ਦੇਖੋਗੇ, ਉਸ ਆਕਾਰ ਦੇ ਵਿੱਚੋਂ ਵੀ ਇੱਕ ਜੋਤ ਚਮਕੇਗੀ। ਉਹੀ ਜੋਤ ਜਿਹੜੀ ਸਾਹਮਣੇ, ਜਲ ਥਲ ਮਹੀਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ। ਮਹੀਲ ਹੋ ਗਿਆ ਖਾਲੀ ਖਲਾ ਚ ਵੀ ਉਹੀ ਦਿਖਿਆ, ਜਲ ਚ ਵੀ ਉਹੀ ਦਿਖਿਆ, ਥਲ ਚ ਵੀ ਉਹੀ ਦਿਖਿਆ, ਅਸਮਾਨਾਂ ਵਿੱਚ ਵੀ ਉਹੀ ਦਿਖਿਆ, ਸਾਹਮਣੇ ਆਕਾਰਾਂ ਵਿੱਚ ਬਨਸਪਤੀ ਵਿੱਚ ਵੀ ਉਹੀ ਦਿਖਿਆ। ਇਹ ਕੀ ਹੈ ਜੀ ਜਿਹੜਾ ਇਹ ਸਾਨੂੰ ਦਿਖ ਰਿਹਾ? ਪਹਿਲਾਂ ਤਾਂ ਅਸੀਂ ਇਹ ਸਵਾਲ ਪੁੱਛਦੇ ਹਾਂ, ਇਹੀ ਸੱਚ। ਹੁਣ ਇਹਦੀ ਖੋਜ ਤੁਸੀਂ ਆਪਦੇ ਅੰਦਰੋਂ ਕਰਨੀ ਹੈ। ਇੱਥੋਂ ਤਾਂ ਇੱਕ ਸਟੈਪ ਸ਼ੁਰੂ ਹੋਇਆ ਵੀ ਪਹਿਲੋਂ ਪਛਾਣ ਕਰਵਾਈ। ਸੋ ਗੁਰ ਕਰੋ ਜੋ ਸੱਚ ਦਰੜਾਏ। ਪਹਿਲੋਂ ਤਾਂ ਪਛਾਣ ਕਰਵਾਈ ਵੀ ਆਹ ਹੈ, ਵੇਖੋ ਜੀ। ਜਿਵੇਂ ਆਪਾਂ ਕੋਈ ਮਾਲ ਲੈਣ ਜਾਂਦੇ ਹਾਂ, ਅਗਲਾ ਪਹਿਲਾਂ ਸੈਂਪਲ ਤਾਂ ਦਿੰਦਾ ਹੀ ਹੈ ਵੀ ਆਹ ਸੈਂਪਲ ਹੈ। ਡੰਮੀ ਆਪ ਤੁਸੀਂ ਵਿਖਾਉਂਦੇ, ਤੁਹਾਡੇ ਫੋਨਾਂ ਦੀ ਦੁਕਾਨ ਡੰਮੀ ਦਿਖਾਉਂਦੇ ਹੋ ਨਾ ਜੀ, ਆਹ ਹੈ, ਬੋਲੋ ਚਾਹੀਦਾ। ਇੱਥੇ ਪਛਾਣ ਕਰਵਾਈ। ਇਹਦੇ ਲਈ ਵੱਖ-ਵੱਖ ਜੁਗਤੀਆਂ ਵੀ ਨੇ, ਪ੍ਰਾਚੀਨ ਸਮੇਂ ਤੋਂ ਚੱਲੀਆਂ ਆ ਰਹੀਆਂ। ਹੁਣ ਜੇ ਲੈਣਾ ਹੈ ਤਾਂ ਫਿਰ ਉਹ ਤਰੀਕਾ ਅਗਲਾ ਹੈ ਵੀ ਇਹ ਤੁਹਾਡੇ ਮਨ ਵਿੱਚ ਹੈ, ਉਹ ਮਨ 'ਚ ਪ੍ਰਗਾਸ ਕਿਵੇਂ ਹੁੰਦਾ ਹੈ। ਤੁਹਾਡੇ ਅੰਤਰਗਤ ਵੀ ਇਹ ਜੋਤ ਹੈ, ਉਹ ਜਦੋਂ ਮਨ 'ਚ ਪ੍ਰਗਾਸ ਹੋਏਗਾ, ਅੰਤਰਗਤ ਜੋਤ ਦੀ ਪਛਾਣ ਕਰੋਗੇ, ਫਿਰ ਤੁਹਾਡਾ ਸੁਭਾਅ ਤੇ ਸਾਰਾ ਇਹ ਬਦਲੇਗਾ। ਫਿਰ ਤੁਸੀਂ ਬ੍ਰਹਮ ਗਿਆਨੀ ਹੋਗੇ। ਪਹਿਲਾਂ ਤਾਂ ਦਿਖਾਇਆ ਵੀ ਜਿਹੜੀ ਚੀਜ਼ ਨਾਲ ਤੁਹਾਨੂੰ ਜੋੜਨਾ, ਪਹਿਲਾਂ ਵਿਖਾਇਆ ਹੋ। ਆ ਵੇਖੋ, ਬੋਲੋ। ਉਹ ਵੀ ਵਿਰਲਿਆਂ ਨੂੰ, ਜਿਹੜੇ ਕੋ ਨਿਰਮਲ ਲੱਗਦੇ ਨੇ, ਜੇ ਤਰਕਵਾਦੀਆਂ ਨੂੰ ਨਹੀਂ। ਜਾਂ ਇਹ ਐਵੇਂ ਨਹੀਂ ਹਰੇਕ ਨੂੰ ਹੀ ਸੰਤ ਵੀ ਆ ਵੇਖ, ਆ ਵੇਖ, ਇਸ ਤਰ੍ਹਾਂ ਨਹੀਂ। ਇੰਨੀ ਕੋ ਸਸਤੀ ਚੀਜ਼ ਵੀ ਨਹੀਂ। ਗੁਣਾ ਦਾ ਗਾਹਕ ਵੇਖ ਕੇ ਪਛਾਣ ਕਰਵਾਈ। ਆ ਵੇਖੋ, ਠੀਕ ਹੈ ਜੀ। ਉਸਤਤ ਕੀਤੀ, ਵਡਿਆਈ ਕੀਤੀ, ਰਾਮ ਦਾ ਭੇਜ ਦਿੱਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਅੰਦਰ ਹੈ। ਇਹੀ ਨੂਰ ਦਾ ਖੇਲ ਹੈ, ਇਹੀ ਪ੍ਰਕਾਸ਼ ਦਾ ਖੇਲ ਹੈ ਸਾਰੇ ਪਾਸੇ। ਦੁਰਲਭ ਦੇ ਸਵਾਰ ਜਾਏ ਨਾ ਦਰਗਾਹ ਹਾਰ। ਇਹ ਤੁਹਾਡੀ ਦੁਰਲਭ ਦੇ ਜਿਹੜੀ ਮਨ ਜਿਹੜਾ ਤੁਹਾਡਾ, ਉਹਨੂੰ ਸਵਾਰ ਲਓ, ਦਰਗਾਹ 'ਚ ਹਾਰ ਨਾ ਜਾਵੇ। ਉਸ ਤੋਂ ਬਾਅਦ ਜਦੋਂ ਫਿਰ ਗੁਰਮੁਖਾਂ ਦੀ ਕਿਰਪਾ ਹੋਈ, ਫਿਰ ਇਹ ਜਿਹੜਾ ਆਤਮ ਰਾਮ ਦਾ ਜਿੱਥੋਂ ਭੇਤ ਦਿੰਦੇ ਨੇ, ਤੁਹਾਡੇ ਮਨ ਵਿੱਚ ਕਿਵੇਂ ਵਸਦਾ ਹੈ, ਜਿਹੜਾ ਇਹ ਪ੍ਰਕਾਸ਼ ਨੂਰ ਚਾਰੇ ਪਾਸੇ ਹੈ, ਜਿਹੜੀ ਚਾਰੇ ਪਾਸੇ ਕੁਦਰਤ ਹੈ, ਤੁਹਾਡੇ ਅੰਦਰ ਕਿਵੇਂ ਹੈ, ਜਿਹੜਾ ਕਾਦਰ ਹੈ ਸਾਰੇ ਪਾਸੇ, ਉਹ ਅੰਦਰ ਕਿਵੇਂ ਹੈ। ਫਿਰ ਇਥੋਂ ਭਗਤੀ ਸ਼ੁਰੂ ਕੀਤੀ ਗੁਰਮੁਖਾਂ ਨੇ। ਇਹ ਸਟੈਪ ਪਹਿਲਾਂ ਸ਼ੁਰੂ ਕੀਤਾ। ਕੋਈ ਵੀ ਆਪਾਂ ਜਦੋਂ ਡੀਲ ਹੁੰਦੀ ਹੈ, ਕੋਈ ਗੱਲ ਹੁੰਦੀ ਹੈ, ਆਪਾਂ ਆਮ ਤੌਰ ਤੇ ਫਰੂਟ ਵੀ ਲਈਏ, ਉਹਨੂੰ ਕਹਿੰਦੇ ਥੋੜਾ ਜਿਹਾ ਪਹਿਲਾਂ ਕੱਟ ਕੇ ਦਿਖਾ ਦੇ। ਇਸ ਤਰ੍ਹਾਂ ਜਿਹੜੇ ਸੰਤ ਕੋਲ ਗਏ, ਉਹਨਾਂ ਨੇ ਪਹਿਲਾਂ ਪਛਾਣ ਕਰਾਈ ਵੀ ਇਸ ਜੋਤ ਨਾਲ ਤੁਹਾਨੂੰ ਜੋੜਨ ਲੱਗੇ ਆ। ਜੁਗਤੀਆਂ ਦੱਸੀਆਂ, ਤਰੀਕਿਆਂ ਦੇ ਨਾਲ ਵੱਖ-ਵੱਖ ਦਰਸ਼ਨ ਕਰਵਾ ਦਿੰਦੇ ਨੇ ਸੰਤ ਸਾਧੂ ਜਿਨ੍ਹਾਂ ਦੀ ਪਹੁੰਚ ਹੈ। ਪਰ ਕਈ ਤਾਂ ਇੰਨੇ ਕੁ ਨਾਲ ਹੀ ਕਰਾ ਕੇ ਕਹਿੰਦੇ ਬਸ ਇਹੀ ਸਭ ਕੁਝ ਹੈ ਜੀ, ਇਹੀ ਰੱਬ ਹੈ ਜੀ, ਅੱਜ ਤੋਂ ਤੁਸੀਂ ਬ੍ਰਹਮ ਗਿਆਨੀ ਹੋ ਗਏ। ਐਸਾ ਨਹੀਂ ਕੁਛ, ਐਸਾ ਨਹੀਂ ਕੁਛ ਮਹਾਰਾਜ, ਐਸਾ ਕੁਛ ਨਹੀਂ। 12-12 ਸਾਲ, 18-18 ਸਾਲ ਲੱਗ ਗਏ ਸਾਡੇ ਗੁਰੂ ਸਾਹਿਬ ਉਹਨਾਂ ਨੂੰ। ਇੰਨੇ ਕਿਤੇ ਇਸ ਤਰ੍ਹਾਂ ਕਿਤੇ ਤਰੀਕਿਆਂ ਜੁਗਤੀਆਂ ਦੇ ਨਾਲ ਹੀ ਕੋਈ ਬ੍ਰਹਮ ਗਿਆਨੀ ਬਣਦਾ ਹੁੰਦਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਨੂੰ 2-2 ਸਾਲ, 300 ਸਾਲ ਪ੍ਰਚਾਰ ਕਰਨ ਦੀ ਕੀ ਲੋੜ ਸੀ। ਤਰੀਕੇ ਜੁਗਤੀਆਂ ਦੇ ਨਾਲ ਹੀ, ਯੋਗਿਆਂ, ਪ੍ਰਣਾਮ, ਆਸਨ, ਧਿਆਨਾਂ ਨਾਲ ਹੀ ਕੋਈ ਗੁਰੂ ਬਣਦੇ ਹੁੰਦੇ, ਜਾਂ ਧਰਤੀ ਦਾ ਉਧਾਰ ਹੁੰਦਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪਿੰਡ-ਪਿੰਡ ਜਾਣ ਦੀ ਕੀ ਲੋੜ ਸੀ। ਮੂਰਖ ਬਣਾਉਂਦੀ ਦੁਨੀਆ। ਕਿਉਂਕਿ 2 ਸਟੈਪ ਨੇ। ਹੁਣ ਮੇਰੀ ਆਹ ਗੱਲ ਧਿਆਨ ਨਾਲ ਸੁਣ ਲਓ ਬਈ, ਸਾਰੇ ਧਿਆਨ ਨਾਲ ਸੁਣੋ ਬਈ ਇਹ ਗੱਲ। ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਕਹਿੰਦੇ ਜਨਮ ਵਿੱਚ ਵੀ ਨਹੀਂ ਹੈਗੇ ਤੇ ਮਰਨ ਵਿੱਚ ਵੀ ਨਹੀਂ ਹੈਗੇ। ਇਹ ਇੱਕ ਗੱਲ ਬੜੀ ਗੁੱਝੀ ਹੈ। ਹੁਣ ਜਿਵੇਂ ਮਰਨਾ ਤਾਂ ਅਸੀਂ ਸਿੱਖ ਲਿਆ, ਲਾ ਲਓ ਵੀ ਇੱਥੇ ਧਿਆਨ ਲਾਓ ਜੀ, ਵਿਚਾਰ ਛੱਡੋ ਜੀ, ਆਹ ਕਰੋ ਜੀ, ਮਰਨਾ ਅਸੀਂ ਸਿੱਖ ਲਿਆ, ਦੇਹੀ ਤੋਂ ਲੱਗ ਹੋਣਾ, ਕਹਿੰਦੇ ਮਰਨਾ ਸਿੱਖ ਲਿਆ। ਤੇ ਜੰਮਣਾ ਕੌਣ ਸਿਖਾਏਗਾ? ਜਨਮ ਕੌਣ ਸਿਖਾਏਗਾ? ਜਨਮ ਤੋਂ ਭਾਵ
ਕਿ ਕੱਲਾ ਜੁਗਤੀਆਂ ਤਰੀਕੇ ਜਾਂ ਅਸੀਂ ਸੁੰਨ ਕਰ ਲਿਆ, ਆ ਕਰ ਲਿਆ, ਇੱਥੋਂ ਤੱਕ ਹੀ ਨਹੀਂ, ਜੀਵਨ ਦੀ ਜਾਂਚ ਵੀ ਸਿੱਖਣੀ ਹੈ। ਉਵੇਂ ਜੁਗਤੀਆਂ ਤਰੀਕੇ ਸਾਨੂੰ ਸਾਰੇ ਆ ਜਾਣ, ਇਹ ਕੋਈ ਯੋਗ ਵਿਦਿਆ ਥੋੜੀ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਈ ਹੈ, ਸਿਖਾਈ ਹੈ। ਜੁਗਤੀਆਂ ਤਰੀਕੇ, ਧਿਆਨ, ਗਿਆਨ, ਇਹ ਸਾਰਾ ਕੁਝ ਆ ਜਾਵੇ ਤੇ ਜੀਵਨ ਜਾਂਚ ਆਵੇ ਨਾ। ਲੋਭ ਉਵੇਂ ਦਾ ਉਵੇਂ, ਕ੍ਰੋਧ ਉਵੇਂ ਦਾ ਉਵੇਂ, ਕਾਮ ਉਵੇਂ ਦਾ ਉਵੇਂ, ਫਿੱਕੇ ਬਚਨ, ਠੱਗੀ ਠੋਰੀਆਂ ਉਵੇਂ, ਸ਼ੌਹਰਤ ਵਿੱਚ ਉਵੇਂ, ਤੇ ਉਹ ਮਹਾਰਾਜ ਕਹਿੰਦੇ ਅਜੇ ਜੀਵਨ ਜਿਉਣਾ ਨਹੀਂ ਆਇਆ। ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਜੁਗਤ ਵੀ ਹੁੰਦੀ ਆ ਸੱਚ ਕੋਲ ਜਾਣ ਦੀ, ਸਰੀਰ ਛੱਡਣ ਦੀ, ਪਰ ਉਹਨੂੰ ਜੀਵਨ ਦੀ ਜਾਂਚ ਵੀ ਹੁੰਦੀ ਹੈ। ਜਨਮ ਮਰਨ ਦੋਹੂ ਮੈਂ ਨਹੀਂ, ਵੀ ਜੀਵਨ ਕਿਵੇਂ ਜਿਉਣਾ ਹੈ, ਉਹਦੇ ਵਿੱਚ ਉਹਨੂੰ ਧਿਆਨ, ਉਹਨੂੰ ਗਿਆਨ, ਉਹਦੇ ਵਿੱਚ ਇੰਨੇ ਗੁਣ ਆਏ ਹੁੰਦੇ ਨੇ, ਜੀਵਨ ਨੂੰ ਜਿਉਂਦਿਆਂ ਉਹ ਜੀਵਨ ਦੇ ਵਿੱਚ ਫਸਦਾ ਨਹੀਂ। ਕਿੰਨਾ ਕੁ ਲੋਭ ਕਰਨਾ ਹੈ, ਕਿੰਨਾ ਕੁ ਕਾਮ ਕਰਨਾ ਹੈ, ਕਿੰਨਾ ਕੁ ਕ੍ਰੋਧ ਕਰਨਾ ਹੈ, ਕਿਸ ਤਰੀਕੇ ਮੈਂ ਸੰਸਾਰੀ ਵਪਾਰ ਕਰਨਾ ਹੈ, ਕਿਸ ਤਰੀਕੇ ਮੈਂ ਦੂਜਿਆਂ ਦੇ ਨਾਲ ਵਰਤਣਾ ਹੈ, ਕਿਸ ਤਰੀਕੇ ਮੈਂ ਦੂਜਿਆਂ ਨੂੰ ਪਿਆਰ ਕਰਨਾ ਹੈ, ਕਿਵੇਂ ਮੈਂ ਚਾਰੇ ਵਰਨਾਂ ਨੂੰ ਇੱਕ ਕਰਕੇ ਚੱਲਣਾ ਹੈ, ਕਿਵੇਂ ਹਰ ਇੱਕ ਬੱਚੇ ਬਜ਼ੁਰਗ ਨੂੰ, ਦੁਸ਼ਮਣ ਨੂੰ, ਮੀਤ ਨੂੰ ਮੈਂ ਪਿਆਰ ਕਰਨਾ ਹੈ, ਕਿਵੇਂ ਮੈਂ ਉਪਦੇਸ਼ ਕਰਨਾ ਹੈ, ਕਿਵੇਂ ਮੈਂ ਸਾਰਿਆਂ ਵਿੱਚ ਹੁੰਦਿਆਂ ਹੋਇਆਂ ਵੀ ਸਭ ਤੋਂ ਅਲਪ ਰਹਿਣਾ ਹੈ, ਕਿਵੇਂ ਮੈਂ ਆਪਦੇ ਆਪ ਨੂੰ ਨੀਵਾਂ ਪਾ ਕੇ ਚੱਲਣਾ ਹੈ। ਇਹ ਹੁੰਦਾ ਜਨਮ। ਤੇ ਮਰਨ ਕਿਵੇਂ ਹੈ ਜੀ? ਮਰਨਾ ਤਾਂ ਅਸੀਂ ਸੌਖਾ ਹੀ ਹੈ, ਮਰਨਾ ਸਗੋਂ ਸੌਖਾ ਹੈ। ਸ਼ਬਦ ਦਾ ਅਭਿਆਸ ਕੀਤਾ, ਵਿਚਾਰ ਰੁਕ ਗਏ ਤੇ ਸਰੀਰ ਤੋਂ ਅਲੱਗ ਹੋ ਗਏ, ਮਰ ਗਏ। ਅਨਹਦ ਨਾਦ ਜਦੋਂ ਪ੍ਰਗਟ ਹੋਇਆ, ਆ ਜੋਤ ਸੱਚ ਦਾ ਪ੍ਰਕਾਸ਼ ਹੋਇਆ, ਇਹਦੇ ਚ ਧਿਆਨ ਲਾਇਆ, ਮਰ ਗਏ। ਜਨਮ ਮਰਨ ਦੋਹੂ ਮੈਂ ਨਹੀਂ, ਉਹ ਵਿਰਲੇ ਨੇ। ਇਸ ਕਰਕੇ ਕੱਲਾ ਅਸੀਂ ਇੱਕ ਫਿੱਕਾ ਜਿਹਾ ਨਹੀਂ ਰਾਹ ਚੁਣਨਾ ਵੀ ਜੁਗਤੀ ਤਰੀਕਾ ਕੋਈ ਇਹੋ ਜਿਹਾ, ਕੋਈ ਇਹੋ ਜਿਹਾ ਨਹੀਂ। ਨਹੀਂ, ਜਨਮ ਮਰਨ ਦੋਹੂ ਮੈਂ ਨਹੀਂ, ਜੀਵਨ ਜਾਂਚ ਵੀ ਸਿੱਖਣੀ ਹੈ ਗੁਰਮੁਖ ਪਿਆਰਿਓ। ਜਤ ਸਤ ਸੰਜਮ ਸਹਿਣਸ਼ੀਲਤਾ ਦੇ ਗੁਣ ਮਾਲਕ ਦੇ ਵਿੱਚ ਵਿਚਰਦਿਆਂ ਹੋਇਆਂ ਕਿਵੇਂ ਅਸੀਂ ਪਰਉਪਕਾਰੀ, ਕਿਵੇਂ ਅਸੀਂ ਸਾਰੀ ਕਾਇਨਾਤ ਦੇ ਨਾਲ ਪਿਆਰ ਸੰਬੰਧ ਬਣਾ ਕੇ ਰੱਖਣਾ ਹੈ। ਤੇ ਸਭ ਤੋਂ ਵੱਡੀ ਗੱਲ, ਆਪਾ ਨਹੀਂ ਜਿਤਾਉਣਾ, ਆਪਣੇ ਆਪ ਦੇ ਨਾਲ ਨਹੀਂ ਜੋੜਨਾ ਕਿਸੇ ਨੂੰ, ਫੋਟੋਆਂ ਦੇ ਨਾਲ, ਆਪ ਦੀਆਂ ਮੂਰਤੀਆਂ ਦੇ ਨਾਲ ਨਹੀਂ ਜੋੜਨਾ, ਨਾ ਬਣਾਉਣੀਆਂ ਕਿਸੇ ਦੀਆਂ ਤੇ ਨਾ ਜੋੜਨਾ। ਕਿਸੇ ਸਮੇਂ ਦੇ ਵਿੱਚ ਬੁੱਧ ਨੇ ਪ੍ਰਚਾਰ ਕੀਤਾ ਸੀਗਾ, ਬੁੱਧ ਨੇ ਗੁਰਮੁਖੋ ਪ੍ਰਚਾਰ ਕੀਤਾ ਸੀ। ਚਲੋ ਜਿੰਨੀ ਵੀ ਉਹਦੀ ਸੁਰਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਨਹੀਂ ਗਲਤ ਕਹਿੰਦੇ ਪਏ, ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹੀ ਤੇਤੀ। ਸਾਰਿਆਂ ਵਿੱਚ ਉਹਦੀ ਬੁੱਧੀ ਚੱਲਦੀ ਹੈ ਮਾਲਕ ਦੀ, ਚਾਹੇ ਕੋਈ ਬੁੱਧ ਵਿੱਚ ਹੈ, ਚਾਹੇ ਕੋਈ ਦੇਵੀ ਦੇਵਤੇ ਨੇ, ਚਲੋ ਜਿੰਨੇ ਵੀ ਸੀ। ਚਲੋ ਉਹਨੇ ਪ੍ਰਚਾਰ ਬੜਾ ਸੋਹਣਾ ਕੀਤਾ, ਸੁੰਨ ਤੱਕ ਦਾ ਉਹਨੇ ਪ੍ਰਚਾਰ ਕੀਤਾ, ਪਰ ਉਹਨੇ ਕਿਹਾ ਮੂਰਤੀ ਪੂਜਾ ਨਹੀਂ ਕਰਨੀ। ਬੁੱਧ ਨੇ ਕਿਹਾ ਸੀ ਮੂਰਤੀ ਪੂਜਾ ਨਹੀਂ ਕਰਨੀ। ਗੁਰੂ ਨਾਨਕ ਦੇ ਘਰ ਨੇ ਕੀ ਕਿਹਾ ਸੀ? ਮੂਰਤੀ ਪੂਜਾ ਨਹੀਂ ਕਰਨੀ। ਜੇ ਕੱਲ ਵਰਲਡ ਦੇ ਵਿੱਚ ਦੇਖਿਆ ਜਾਏ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਮੂਰਤੀਆਂ ਹੀ ਬੁੱਧ ਦੀਆਂ ਨੇ। ਵਰਲਡ ਦੇ ਵਿੱਚ ਦੇਖਿਆ ਜਾਏ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਫੋਟੋਆਂ ਹੀ ਗੁਰੂ ਨਾਨਕ ਦੀਆਂ ਨੇ। ਜਿਨ੍ਹਾਂ ਨੇ ਰੋਕਿਆ ਉਹਨਾਂ ਦੀਆਂ ਬਣਾਤੀਆਂ। ਮੂਰਤੀ ਪੂਜਾ ਨਹੀਂ ਕਰਨੀ। ਕਹਿੰਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਫੋਟੋ ਘਰ ਲਾਈ ਹੈ। ਮੈਂ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਆਪ ਹਾਜ਼ਰ ਨਾਜ਼ਰ ਨੇ, ਜਾਂ ਤਾਂ ਇਸ ਲੋਕ ਵਿੱਚ ਨਾ ਹੋਣ ਤਾਂ ਫੋਟੋਆਂ ਲਾਉਂਦੇ ਵੀ ਚੰਗੇ ਲੱਗਣੇ। ਜਦੋਂ ਹਾਜ਼ਰ ਨਾਜ਼ਰ ਨੇ ਉਹਨਾਂ ਨੂੰ ਘਰ ਲੈ ਕੇ ਆਓ। ਗੁਰਦੁਆਰੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰੋ ਵੀ ਸਾਨੂੰ ਨਹੀਂ ਬਾਣੀ ਪੜ੍ਹਨੀ ਆਉਂਦੀ ਜੀ, ਅਸੀਂ ਤੁਹਾਨੂੰ ਬਣਦੀ ਤੁਹਾਡੀ ਜਿਹੜਾ ਵੀ ਹੈ ਤੇ ਅਸੀਂ ਤੁਹਾਨੂੰ ਸੇਵਾ ਦੇਵਾਂਗੇ। ਸਾਡੇ ਘਰ 1 ਘੰਟਾ ਸਵੇਰੇ, 1 ਘੰਟਾ ਸ਼ਾਮ ਨੂੰ ਆ ਕੇ ਬਾਣੀ ਪੜ੍ਹ ਜਾ ਕਰੋ, ਜਾਂ ਅਸੀਂ ਇੱਥੇ ਆਵਾਂਗੇ, ਜਾਂ ਸਾਨੂੰ ਦੇ ਦਿਓ ਮਹਾਰਾਜ 10 ਦਿਨ 20 ਦਿਨ ਲਈ, ਜੋ ਵੀ ਗੁਰਦੁਆਰੇ ਸਾਹਿਬ ਦੀ ਰਹਿਤ ਮਰਿਆਦਾ ਅਸੀਂ ਉਸ ਹਿਸਾਬ ਨਾਲ ਰੱਖ ਕੇ ਬਾਣੀ ਪੜ੍ਹਾਂਗੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਜਿਹੜਾ ਮਨ ਦੇ ਵਿੱਚ ਗੁਣ ਪੈਦਾ ਕਰਨੇ ਨੇ, ਜਨਮ ਦੇ ਵੀ ਗੁਣ ਪੈਦਾ ਕਰਨੇ ਨੇ ਤੇ ਮਰਨ ਦੇ ਵੀ। ਮਰਨਾ ਵੀ ਸਿੱਖਣਾ ਤੇ ਜੀਵਨ ਜਾਂਚ ਵੀ ਸਿੱਖਣੀ ਆ। ਹੰਕਾਰੀ ਪੁਰਸ਼ ਨਹੀਂ ਬਣਨਾ। ਹੁਣ ਜਿਹੜੇ ਅਗਿਆਨੀ, ਅਨਾੜੀ, ਅਸੰਤ ਨੇ, ਤੁਸੀਂ ਕਿਸੇ ਡੇਰੇ 'ਚ ਇਸ ਟਾਈਮ ਚਲੇ ਜਾਓ, ਤੁਹਾਡੇ ਕੋਲ ਇਸ ਟਾਈਮ ਮੌਕਾ ਹੈ। ਬਾਬਾ ਜੀ ਮਿਲਣ ਦਾ ਸਮਾਂ ਹੀ ਨਹੀਂ ਦਿੰਦੇ ਪਏ। ਕਿਉਂ? ਜਿਹੜੇ ਡੇਰਿਆਂ 'ਚ ਵੀ ਰਹਿੰਦੇ ਆ ਨਾ, ਜਿਹੜੇ ਉਹਨਾਂ ਦੇ ਡੇਰਿਆਂ 'ਚ ਵੀ ਭਗਤ ਰਹਿੰਦੇ ਆ ਜਾਂ ਉਹਨਾਂ ਦੇ ਚੇਲੇ ਰਹਿੰਦੇ ਆ, ਉਹਨਾਂ ਨੂੰ ਵੀ ਨਹੀਂ ਬਾਬਾ ਜੀ ਮਿਲਦੇ ਪਏ। ਕਿਉਂ? ਮੌਤ ਇੰਨੀ ਭਿਆਨਕ ਲੱਗਦੀ, ਜਨਮ ਇੰਨਾ ਪਿਆਰਾ ਲੱਗਦਾ ਪਿਆ। ਡਰ ਲੱਗਦਾ ਜੀ ਬਾਬਾ ਜੀ ਕਰੋਨਾ ਨਾ ਹੋ ਜਾਏ। ਮੈਨੂੰ ਆਇਆ ਫੋਨ ਇੱਕ ਗੁਰਮੁਖ ਦਾ ਪਰਸ, ਕਹਿੰਦਾ ਜੀ ਮਹਾਂਪੁਰਸ਼ ਤਾਂ ਮਿਲਦੇ ਹੀ ਨਹੀਂ, ਅਸੀਂ ਤਾਂ ਬੈਠੇ ਹੋਏ ਇੱਥੇ ਦਿਨ ਰਾਤ ਜਿਹੜਾ ਕਰਨਾ ਕਰੀ ਜਾਂਦੇ ਆ, ਮਹਾਂਪੁਰਸ਼ ਤਾਂ ਅੰਦਰੋਂ ਬਾਹਰ ਹੀ ਨਿਕਲ। ਮੈਂ ਕੀ ਗੱਲ? ਕਰੋਨਾ ਦੀ ਬੜੀ ਮਹਾਂਮਾਰੀ। ਸੱਚੀ ਫੋਨ ਆਇਆ ਮੈਨੂੰ ਪਰਸ, ਸ਼ਾਮੀ ਆਇਆ, ਕੱਲ ਸ਼ਾਮੀ, ਕੱਲ 5 ਵਜੇ ਦੀ ਗੱਲ।
ਤੇ ਮੈਂ ਕਿਹਾ ਜੇ ਮਹਾਂਪੁਰਸ਼ਾਂ ਨੂੰ ਅਜੇ ਹੀ ਡਰ ਲੱਗੀ ਜਾਂਦਾ ਹੈ, ਤੁਸੀਂ ਆਪ ਹਿਸਾਬ ਲਾਓ ਕਿਸ ਲੈਵਲ ਤੇ ਨੇ ਉਹ ਤੇ ਕਿਸ ਲੈਵਲ ਤੇ ਤੁਸੀਂ ਹੋ। ਸੰਗਤ ਫਿਰ ਉੱਚੀ ਹੋਈ, ਸੰਗਤ ਜਿਹੜੀ ਨਿਰਭਉ ਕੇ ਪਾਠ ਕਰੀ ਜਾਂਦੀ ਹੈ, ਜਪੀ ਜਾਂਦੀ ਹੈ, ਕੀਰਤਨ ਵੀ ਕਰੀ ਜਾਂਦੀ, ਤੇ ਮਹਾਂਪੁਰਸ਼ਾਂ ਨੂੰ ਕਾਹਦਾ ਡਰ ਹੈ ਬਈ, ਵੀ ਸੰਗਤ ਮਰਦੀ ਮਰੇ, ਮਹਾਂਪੁਰਸ਼ ਨਾ ਹੁਣ ਕੁਛ ਉਹਨਾਂ ਨੂੰ ਤਾਂ ਸੰਗਤ ਹੋਈ। ਨਾਲੇ ਸੰਗਤ ਗੁਰੂ ਹੈ, ਨਾਲੇ ਫਿਰ ਸੰਗਤ ਤੋਂ ਡਰ ਲੱਗ ਜਾਂਦਾ। ਚਲੋ ਠੀਕ ਹੈ, ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਬਚਣਾ ਇੱਕ ਦੂਜੇ ਤੋਂ, ਪਰ ਜਿਹੜਾ ਹੈ ਜਦੋਂ ਇੱਕ ਪਰਿਵਾਰ ਹੈ, ਜਿਵੇਂ ਹੁਣ 10-12 ਮੈਂਬਰ ਨੇ, ਸਾਨੂੰ ਪਤਾ ਇਹਨਾਂ ਨੂੰ ਕੁਝ ਨਹੀਂ ਹੈਗਾ, ਉੱਥੇ ਤਾਂ ਆਪਾਂ ਇੱਕ ਦੂਜੇ ਨਾਲ ਰਹਿ ਸਕਦੇ ਹਾਂ ਨਾ। ਬਾਹਰ ਦੇ ਬੰਦੇ ਤੋਂ ਤਾਂ ਬਚਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ, ਪਰ ਜਿਨ੍ਹਾਂ ਨਾਲ ਹਰ ਟਾਈਮ ਰਹਿਣ, ਇੰਨੀ ਵੀ ਮੌਤ ਕੀ ਵੀ ਭਿਆਨਕ ਲੱਗਦੀ ਹੈ ਵੀ ਉਹਨਾਂ ਤੋਂ ਹੀ ਭੱਜਣਾ ਸ਼ੁਰੂ ਕਰ ਦਿਓ। ਜਦੋਂ ਭਰੋਸਾ ਹੈ ਵੀ ਹੁਣ ਕਈ ਜੁਆਇੰਟ ਫੈਮਿਲੀ, ਸਾਡੀ ਫੈਮਿਲੀ ਹੁਣ ਮੰਨ ਲਓ ਵੱਡੀ ਆ, 12-15 ਜੀ, ਸਾਨੂੰ ਭਰੋਸਾ ਹੈ ਜਦੋਂ ਮੌਤ ਨੇ ਆਉਣਾ ਆ ਹੀ ਜਾਣਾ। ਵੀ ਮਤਲਬ ਗੱਲ ਇਹ ਆ ਵੀ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਹੁੰਦੇ ਨੇ ਨਾ, ਜਦੋਂ ਇਸ ਤਰ੍ਹਾਂ ਭੀੜ ਪੈਂਦੀ ਉਦੋਂ ਪਤਾ ਲੱਗਦਾ। ਕਹਿੰਦੇ ਊਠਤ ਬੈਠਤ ਹਰ ਜਾਪ, ਬਿਨਸੈ ਸਗਲ ਸੰਤਾਪ, ਬੈਰੀ ਸਭ ਹੋਵੈ ਮੀਤ, ਨਿਰਮਲ ਹੋ ਤੇਰਾ ਹੋਵੈ ਚੀਤ। ਜਦੋਂ ਆਪਾਂ ਉੱਠਦੇ ਆਂ ਬਹਿੰਦੇ ਆਂ ਸੱਚ ਦੇ ਧਿਆਨ ਨੂੰ ਲੈ ਕੇ ਚੱਲਾਂਗੇ, ਫਿਰ ਸੰਤਾਪ ਖਤਮ ਹੁੰਦੇ ਨੇ ਤੇ ਸਾਰੇ ਬੈਰੀ ਜਿਹੜੇ ਨੇ ਮਿੱਤਰ ਬਣਦੇ ਆ। ਨਾ ਹੁਣ ਦਾ ਸਮਾਂ ਹੋਣ ਵਾਲਾ ਸ਼ਾਇਦ ਵਿੱਚ ਕੱਟਿਆ ਜਾਊਗਾ। ਸੋ ਇਸ ਤਰੀਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਜਿਹੜਾ ਪ੍ਰਕਾਸ਼ ਹੈ ਜਿਹਦੇ ਵਿੱਚੋਂ ਤੁਹਾਡੀ ਉਪਜੇ, ਜਦੋਂ ਤੁਸੀਂ ਉਸ ਸੂਰਤ ਦੇ ਨਾਲ ਜੁੜੋਗੇ, ਇਸੇ ਹੀ ਖੇਲ ਦਾ ਗੁਰੂ ਨਾਨਕ ਦੇ ਘਰ ਨੇ, ਸੰਤਾਂ ਮਹਾਂਪੁਰਸ਼ਾਂ ਨੇ ਸਮੇਂ-ਸਮੇਂ ਤੇ ਪ੍ਰਚਾਰ ਸ਼ੁਰੂ ਕੀਤਾ ਵੀ ਤੁਸੀਂ ਇਸ ਦੇ ਨਾਲ ਜੁੜੋ। ਆਪ ਜਦੋਂ ਫਿਰ ਉਹਨਾਂ ਦੀ ਆਪ ਦੀ ਗੱਲ ਆਈ, ਉਹ ਅਸੀਂ ਕਹਿੰਦੇ ਅਸੀਂ ਤਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਅਸੀਂ ਤਾਂ ਉਪਦੇਸ਼ ਦੇਣ ਆਏ ਹਾਂ, ਸਾਡੇ ਨਾਲ ਨਾ ਜੁੜੋ। ਇਹੀ ਖਜ਼ਾਨਾ ਉਹਨਾਂ ਨੇ, ਇਹੀ ਖਜ਼ਾਨਾ ਵੀ ਅੱਗੇ ਕਿਹਨੂੰ ਦਿੱਤਾ ਜਾਵੇ ਵੀ ਜੋ ਕੱਲ ਨੂੰ ਆਪ ਦੀ ਸ਼ੌਹਰਤ ਦੌਲਤ ਨੂੰ, ਆਪ ਇਸ ਗੱਦੀ ਨੂੰ, ਇਸ ਪ੍ਰਚਾਰ ਨੂੰ ਛੱਡ ਕੇ ਸੱਚ ਵਿੱਚ ਸਮਾਉਣਾ ਵੀ ਜਾਣਦਾ ਹੋਵੇ। ਇਹ ਨਾ ਹੋਵੇ ਕਿਉਂਕਿ ਸ਼ੌਹਰਤ ਬੜੀ ਮਿਲਦੀ, ਇਸ ਕਰਕੇ ਫਿਰ ਇੰਨਾ ਸਮਾਂ ਲੱਗਾ, ਦੂਰੋਂ ਦੂਰੋਂ ਸੰਜੋਗੀ ਆਏ। ਉਹ ਖਜ਼ਾਨਾ ਕਿਹੜਾ ਸੀ? ਇਹੀ ਆਤਮ ਰਾਮ ਦੇ ਨਾਲ ਪਛਾਣ ਕਰਾਉਣ ਦਾ। ਕੱਲੀਆਂ ਉਹਨਾਂ ਨੇ ਸਾਨੂੰ ਤਰੀਕੇ ਜੁਗਤੀਆਂ ਜਾਂ ਕੋਈ ਐਸੀਆਂ ਯੋਗ ਵਿਦਿਆ ਦੇ ਨਾਲ ਜਾਂ ਕੋਈ ਖੱਟ ਚੱਕਰ ਵਿਦਿਆ ਦੇ ਨਾਲ, ਜਾਂ ਵੀ ਇੱਥੇ ਧਿਆਨ ਲਾ ਲਓ ਆਹ ਹੋ ਜਾਏਗਾ, ਜਾਂ ਧੁਨੀਆਂ ਵੱਜ ਪੈਣਗੀਆਂ, ਜਾਂ ਇੱਥੋਂ ਤੱਕ ਹੀ ਨਹੀਂ ਉਹਨਾਂ ਨੇ ਸੀਮਤ ਰੱਖਿਆ। ਕਿਉਂਕਿ ਬਹੁਤੇ ਜੀਵ ਜਦੋਂ ਆਪਾਂ ਕਹਿੰਦੇ ਤਾਂ ਯੋਗ ਵਿਦਿਆ ਵੀ ਇੱਥੋਂ ਤੱਕ ਨਹੀਂ ਸੀਮਤ ਰੱਖਿਆ। ਵੇਖੋ ਇੱਕ ਗੱਲ ਹੋਰ ਧਿਆਨ ਨਾਲ ਸੁਣੋ, ਜਿਵੇਂ ਆਪਣਾ ਘਰ ਹੁੰਦਾ ਜੀ, ਇੱਕ ਬੰਦਾ ਬਿਜ਼ਨਸ ਕਰਦਾ, ਠੀਕ ਹੈ, ਇੱਕ ਬੰਦਾ ਤਾਂ ਇੱਥੋਂ ਤੱਕ ਹੀ ਬਿਜ਼ਨਸ ਕਰਦਾ ਹੈ ਜਾਂ ਖੇਤੀ ਕਰਦਾ ਹੈ ਵੀ ਉਹਦੀ ਰੋਟੀ ਪਾਣੀ ਚੰਗੀ ਪੂਰੀ ਹੁੰਦਾ ਪਿਆ, ਜਾਂ ਜਿੰਨੀ ਕੁ ਲੋੜਵੰਦ ਹੈ ਉਹਨੂੰ ਸਹੂਲਤਾਂ ਹੈਗੀਆਂ ਨੇ। ਇੱਕ ਜਿੰਦਾ ਬਿਜ਼ਨਸ ਚੰਗਾ ਚੱਲ ਪੈਂਦਾ ਹੈ, ਉਹਦੇ ਘਰ ਆਪਾਂ ਦੇਖਦੇ ਹਾਂ ਕਾਰ, ਫੋਨ, ਵੱਡੀ ਕੋਠੀ, ਸੁੱਖ ਸਹੂਲਤਾਂ, ਬੈੱਡ, ਕਾਰ, ਟੀਵੀ, ਜੋ ਵੀ ਹੈ, ਮਤਲਬ ਉਹਦੀਆਂ ਸਹੂਲਤਾਂ ਵਧਣ ਲੱਗ ਜਾਂਦੀਆਂ ਨੇ, ਹਾਰ ਸ਼ਿੰਗਾਰੋਂ ਵੱਧ ਕਰ ਸਕਦਾ ਹੈ। ਇਸੇ ਤਰੀਕੇ ਜਿਹੜੀ ਗੁਰੂ ਨਾਨਕ ਦੇ ਘਰ ਨੇ ਭਗਤੀ ਦਿੱਤੀ ਹੈ ਨਾ ਜੀ, ਇੱਥੋਂ ਧਿਆਨ ਨਾਲ ਹੈ। ਇਹ ਕੱਲਾ ਇਹ ਨਹੀਂ ਵੀ ਕੱਲਾ ਵਾਹਿਗੁਰੂ ਵਾਹਿਗੁਰੂ ਕਰੋ ਜੀ, ਬਸ ਕੰਮ ਕਾਜ ਕਰੋ, ਇੱਥੋਂ ਤੱਕ ਨਹੀਂ। ਗੁਰੂ ਨਾਨਕ ਦੇ ਘਰ ਨੇ ਬਹੁਤ ਸਾਰਾ ਖਜ਼ਾਨਾ ਦਿੱਤਾ ਮਨ ਨੂੰ। ਜਦੋਂ ਤੁਸੀਂ ਸਿਮਰਨ ਕਰੋਗੇ, ਤੁਹਾਡੇ ਧੁਨੀਆਂ ਵੀ ਚੱਲਣਗੀਆਂ, ਤੁਹਾਡੇ ਅੰਮ੍ਰਿਤ ਰਸ ਵੀ ਚੱਲੇਗਾ, ਤੁਸੀਂ ਜੋਤ ਪ੍ਰਕਾਸ਼, ਫਿਰ 9 ਨਿਧੀਆਂ, 4 ਪਦਾਰਥ, ਅਸ਼ਟ ਸਿੱਧ, ਰਿੱਧ ਸਿੱਧ, ਸਭ ਕੁਝ ਦੱਸਿਆ ਹੈ, ਤਰੀਕਾ ਦੱਸਿਆ ਵੀ ਤੁਸੀਂ। ਗੁਰੂ ਨਾਨਕ ਦੇ ਘਰ ਨੇ ਕਿਹਾ ਵੀ ਮੇਰਾ ਸਿੱਖ ਭਗਤੀ ਕਰਕੇ ਇਹਨਾਂ ਮੰਡਲਾਂ ਤੱਕ, ਇਹਨਾਂ ਅਹੁਦਿਆਂ ਤੱਕ, ਇਹਨਾਂ ਪੱਧਰਾਂ ਤੱਕ ਵੀ ਜਾ ਸਕਦਾ। ਤੇ ਕਿਉਂ ਨਾ ਲਈਏ ਫਿਰ ਆਪਾਂ ਇਹੋ ਜਿਹਾ ਸਾਰਾ ਕੁਝ, ਸਿਰਫ ਇੰਨਾ ਕਹਿ ਕੇ ਬਹੁਤ ਸਾਰੇ ਗਿਆਨਤਾਵਸ ਜੀਵ ਇਹ ਤਾਂ ਇਸ ਤਰ੍ਹਾਂ ਜੀ ਯੋਗ ਵਿਦਿਆ ਹੈ, ਤਾਂ ਵੇਦਾਂ ਦੀ ਗੱਲ ਹੈ, ਤਾਂ ਗੁਰਬਾਣੀ ਪੜ੍ਹ ਕੇ ਤਾਂ ਵੇਖੋ ਕਿੱਥੇ ਗੁਰਬਾਣੀ ਵੇਦਾਂ ਨੂੰ ਝੂਠਾ ਕਹਿੰਦੇ ਪਏ ਨੇ, ਕਿੱਥੇ ਸਿਮਰਤੀਆਂ ਨੂੰ ਝੂਠਾ ਕਹਿੰਦੇ ਪਏ ਨੇ। ਮਹਾਰਾਜ ਤਾਂ ਵਾਰ-ਵਾਰ ਕਹਿੰਦੇ ਨੇ ਜੋ ਵੇਦਾਂ ਸਿਮਰਤੀਆਂ ਦੇ ਵਿੱਚ ਲਿਖਿਆ ਹੋਇਆ ਹੈ ਉਹਨਾਂ ਨੂੰ ਬੁੱਝ ਲਓ, ਉਹ ਸੱਚ ਦੀ ਗੱਲ ਕਰਦੇ ਪਏ ਜੇ। ਤੁਸੀਂ ਉਹਨਾਂ ਦੇ ਵਿਚਲੇ ਲਿਖੀ ਹੋਈ ਗੱਲ, ਸੱਚ ਦੀ ਗੱਲ ਨੂੰ ਬੁੱਝਦੇ ਨਹੀਂ ਜੇ ਪਏ ਤੇ ਵੇਦਾਂ ਸ਼ਾਸਤਰਾਂ ਨਾਲ ਜੁੜ ਗਏ ਜੇ। ਇਹ ਇੱਥੇ ਉਹਨਾਂ ਨੇ ਉਹਨਾਂ ਨਾਲ ਜੁੜਨ ਤੋਂ ਰੋਕਿਆ। ਜੇ ਉਹ ਕਹਿੰਦੇ ਨੇ ਵੀ ਵੇਦ ਵਿੱਚ ਲਿਖੀ ਹੋਈ, ਸ਼ਾਸਤਰ ਵਿੱਚ ਲਿਖੀ ਹੋਈ ਗੱਲ ਨੂੰ ਸਮਝ ਕੇ ਤੁਸੀਂ ਸੱਚ ਨਾਲ ਜੁੜ ਗਏ, ਅਕਾਲ ਨਾਲ ਜੁੜ ਗਏ, ਆਪ ਦੀ ਖੋਜ ਕਰ ਲਈ, ਫਿਰ ਤਾਂ ਠੀਕ ਹੈ। ਪਰ ਕਹਿੰਦੇ ਜੇ ਤੁਸੀਂ ਉਲਟਾ ਵੇਦ ਨਾਲ ਹੀ ਜੁੜ ਕੇ ਵੀ ਇਸੇ ਦੇ ਮੰਤਰ ਦੇ ਜਾਪ ਕਰੋ, ਇਸੇ ਦੇ ਕਰੋ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਤੁਸੀਂ ਆਹ ਦੇਖੋ ਹੁਣ ਇੱਕ ਗੁਰਬਾਣੀ ਚ ਪੰਕਤੀ ਆਉਂਦੀ ਹੈ, 8 10 ਵੇਦ ਸੁਣੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੈ ਅੰਧੇਰਾ।
8-10 वेद भाव के 8 ते 10 की हो गए जी 18 हो गए। जिवें 4 वेद ने, पुराण ने, 18 पुराण ने, शास्त्र ने, सिमरतियां ने, है कहते 8-10 वेद सुने कह डोरा, कोट प्रगास न दिसै अंधेरा, पशु प्रीत घास संग रचै, जिसे नहीं बुझावे सो कित बिद बुझै। महाराज जी कहते कला इन्ने वेदां पाठां दा तू शास्त्रां दा पाठ सुन के ते जेड़ा करोड़ां सूरजां दा कोट प्रगास है चारे पासे फिर नहीं तेनू लभ्या। 8-10 वेद सुने कह डोरा, की सुनिया फिर तू इन्हां विचों? कोट प्रकाश ना दिसे अंधेरा, कहते सारे पासे करोड़ां सूरजां दा प्रकाश है फिर तेनों हनेरा ही विखी जांदा। कहते पशु प्रीत घास संग रचे, कहते पशुआं वाली ही बुद्धि है तेरी, भी जिवें एडा पशु हुंदा गेड़ा गुड़ा दे के वो घाह दे नाल ही प्रीत पाई रखदा है, पशु प्रीत घास संग रचा। ਉਹੀ ਗੱਲ है भी कहते गुरबाणी सारी सुन ली, पढ़ ली, कथा विचारां सुन लियां, सच नाम की फिर नहीं पछाण हुई। वो कहते पशु प्रीत घाह संग रखे, रह गए घाह जोगे। हुण पशु नूं जिधर मर्जी हक लो, जे हुण पशु नूं आपदी पावर पता होवे, एक घोड़े नूं किसी भी पशु नूं आपदी पावर पता होवे, उहदा वजन उहदा बंदे तो दमदार हुंदा, पर उहदा दिमाग ही है नहीं, जिधर रखदे आ जिधर जिउंदा उधर जोया जांदा। इस करके महाराज ने किसी वेद पुराण शास्त्र नूं नहीं माड़ा क्या, कहते उहदे विच जिहड़ी लिखियां होईयां जुगतियां ने वो समझो। भाव कि गुरु नानक दे घर ने एक गुरसिख दे मन नूं इन्ना खजाना दिता है, किसी नूं माड़ा ना कहो, क्योंकि देखो माड़ा कोई धड़ा नहीं बनाया, इन्ना खजाना दिता है, वैगुरू शब्द दिता है, गुरबाणी दिती है, किरत करन दे तरीके दसे ने, ते मन नूं भी उन्हां मंडलां तक लै गए ने जिथे अनहद धुनियां अमृत रस दिन रात ब्रह्म बरखा प्रकाश लिशकां पै रहीआं ने, भी इत्थों तक मेरा गुरसिख आनंद माणे। ते उन्हां दी आपां गल करदे हां, ते तरीके दसे ने भी ये चीज़ां ये अवस्थावां उवें नहीं मिलदियां, तुहानूं जीवन दे विच भी बड़ी सहज नाल चलना पएगा। इस तरह गुरमंत्र की कमाई करो, इस तरह नाद की कमाई करो, इस तरह ध्यान दे विच रवो, नाल किरत भी करनी सिखाईए, फिर जाके कहते किते गल बनदी है। कल्ला सानूं जोगी नहीं बनाया भी गुरु नानक सच्चे पातशाह ने कहा चौंकड़े ला लो जी, धुनी ते ध्यान ला लो जी, ते मत्थे ते ध्यान ला लो जी, ते बोधी ते ध्यान ला लो, इहो जिहा नहीं कुछ सिखाया सानूं। ਜਿਹੜਾ ਇਹੋ ਜਿਹਾ कुछ करते ਸੀਗੇ, ਹੁਣ ਵਿਚਾਰ ਕਹਿੰਦੇ ਰੋਕੋ ਵਿਚਾਰ ਰੋਕੋ, ਵਿਚਾਰ ਤਾਂ ਜੋਗੀ ਰੋਕ ਕੇ ਬੈਠੇ ਰਹਿੰਦੇ ਸੀ, ਸੁੰਨ ਮੁੰਨ ਬੈਠੇ ਰਹਿੰਦੇ ਸੀ, ਸਵਾਸ ਚੜਾ ਲੈਂਦੇ, ਕੋਈ ਉਹਨਾਂ ਨੂੰ ਪਤਾ ਨਹੀਂ ਸੀ, ਕੋਈ ਫੁਰਨਾ ਨਹੀਂ ਸੀ ਉਹਨਾਂ ਨੂੰ ਆਉਂਦੇ, ਕਹਿੰਦੇ ਇਹ ਕੀ ਕਰ ਰਹੇ ਹੋ। ਜਿਹੜਾ ਜੋਗੀ ਸੀ ਉਹਨੂੰ ਜਾ ਕੇ ਕਹਿੰਦੇ ਇੱਥੇ ਕੀ ਕਰਦਾ, ਘਰ ਚੱਲ। ਸਮੇਰ ਪਰਬਤ ਤੇ ਸਿੱਧਾਂ ਕੋਲ ਕੀ ਕਰਨ ਗਏ ਸੀ, ਕਹਿੰਦੇ ਇੱਥੇ ਤੁਸੀਂ ਬੈਠੇ ਆਪ ਦਾ ਜਪੀ ਜਾਂਦੇ ਜੇ, ਤੇ ਉੱਥੇ ਸਮਾਜ ਸਾਰਾ ਜਿਹੜਾ ਹੈ ਉਹ ਅਗਨ ਦੇ ਵਿੱਚ ਸੜੀ ਜਾਂਦਾ, ਉਹਨਾਂ ਦਾ ਭਲਾ ਕਿੰਨੇ ਕਰਨਾ, ਇੱਥੇ ਕਰਦੇ ਹੋ। ਪਹਿਲਾਂ ਤਾਂ ਉਹਨਾਂ ਨੂੰ ਭਗਤੀ ਦਾ ਭੇਤ ਦਿੱਤਾ, ਫਿਰ ਉਹਨਾਂ ਨੂੰ ਉੱਥੋਂ ਵਾਪਸ ਘਰ ਭੇਜਿਆ, ਘਰ ਜਾਓ ਤੇ ਜਾ ਕੇ ਸਮਾਜ ਦਾ ਉਧਾਰ ਕਰੋ, ਪ੍ਰਚਾਰ ਕਰੋ। ਜਿਹੜਾ ਕੋਈ ਅਨਹਦ ਬਾਣੀ ਨੂੰ ਸਭ ਕੁਝ ਮੰਨੀ ਬੈਠਾ ਸੀ ਉਹਨੂੰ ਉੱਥੋਂ ਤੱਕ ਪਹੁੰਚਾਇਆ। ਭਾਵ ਕਿ ਇੱਕ ਨੂਰ ਪ੍ਰਕਾਸ਼ ਦੇ ਨਾਲ ਹਰ ਬੰਦੇ ਨੂੰ ਜੋੜਿਆ, ਕੌਡੇ ਰਾਕਸ਼ ਤੋਂ ਲੈ ਕੇ ਸਿੱਧਾਂ ਤੱਕ, ਮੌਲਵੀਆਂ ਤੋਂ ਲੈ ਕੇ ਹਿੰਦੂਆਂ ਤੱਕ, ਕ੍ਰਿਸਚਨਾਂ ਤੋਂ ਲੈ ਕੇ ਸਾਰੇ ਵਰਨਾਂ ਨੂੰ ਉਹਨਾਂ ਨੇ ਜੋੜਿਆ। ਜਿਹੜਾ ਜਿੱਥੇ ਫਸਿਆ ਸੀ ਉਸੇ ਸਟੇਜ ਤੋਂ ਹੀ ਉਹਨੂੰ ਗਾਂ ਸਿੱਧਾ ਦਰ ਦੇ ਨਾਲ, ਪ੍ਰਕਾਸ਼ ਦੇ ਨਾਲ ਜੋੜ ਦਿੱਤਾ, ਰਾਮ ਦੇ ਨਾਲ ਜੋੜ ਦਿੱਤਾ, ਆਤਮ ਰਾਮ ਦੇ ਨਾਲ ਜੋੜ ਦਿੱਤਾ। ਤੇ ਸਭ ਤੋਂ ਵੱਡੀ ਗੱਲ ਇਹ ਕਰਦਿਆਂ ਉਹਨਾਂ ਨੇ ਆਪ ਦੇ ਨਾਲ ਨਹੀਂ ਜੋੜਿਆ। ਜੇ ਆਪ ਦੇ ਨਾਲ ਜੋੜਦੇ ਗੁਰੂ ਅੰਗਦ ਦੇਵ ਜੀ ਨੇ ਫਿਰ ਮੱਥਾ ਥੋੜ੍ਹਾ ਨਾ ਟੇਕਦੇ ਸੀ ਵੀ ਅਸੀਂ ਨਹੀਂ, ਅੱਜ ਤੋਂ ਇਹ ਨੇ ਸਭ ਕੁਝ। ਜੇ ਗੁਰੂ ਅੰਗਦ ਦੇਵ ਜੀ ਆਪ ਦੇ ਨਾਲ ਜੋੜਦੇ ਹੋ, ਗੁਰੂ ਅਮਰਦਾਸ ਜੀ ਨੂੰ ਮਸਤਕ ਥੋੜ੍ਹਾ ਨਾ ਨੀਵਾਂ ਕਰਦੇ ਸੀ। ਜੇ ਦਸਮ ਪਾਤਸ਼ਾਹ ਆਪ ਦੇ ਨਾਲ ਜੋੜਦੇ, ਆਪ ਦਾ ਤਖਤ ਉਹਨਾਂ ਨੇ ਛੱਡਿਆ, ਪਰਿਵਾਰ ਵਾਰਿਆ, ਸਾਰਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਨੂੰ ਮੱਥਾ ਥੋੜ੍ਹਾ ਨਾ ਟੇਕਦੇ ਸੀ। ਅੱਜ ਕੱਲ੍ਹ ਦੇ ਬਾਬੇ ਟੇਕਦੇ ਆ ਦੂਜੇ ਨੂੰ, ਕਹਿੰਦੇ ਜੇ ਹੁੰਦੇ ਗੁਰ ਬੈ ਟਿਕਿਆ ਤਿਸ ਜਨ ਕੀ ਸ਼ੋਭਾ ਵੱਡੀ ਹੋਈ। ਸੰਗਤ ਦੇ ਸਾਹਮਣੇ ਆਪ ਸ਼ਰੇਆਮ, ਇਸ ਤਰ੍ਹਾਂ ਥੋੜੀ ਨਾ ਵੀ ਮਹਾਂਪੁਰਸ਼ ਅੰਤਰਗਤ ਸਾਨੂੰ ਦੱਸ ਗਏ ਸੀ ਵੀ ਸਾਡੇ ਤੋਂ ਬਾਅਦ ਆ ਹੋਵੇਗਾ। ਝੂਠੀਆਂ ਕਹਾਣੀਆਂ ਮੁੜ ਕੇ ਬਣਾਉਂਦੇ ਬਾਬੇ ਪਿੱਛੋਂ। ਆਪ ਸ਼ਰੇਆਮ ਕਹਿ ਗਏ ਵੀ ਭਾਈ ਅਸੀਂ ਵੀ ਇਹਨਾਂ ਨੂੰ ਸੀਸ ਝੁਕਾਤਾ। ਆਪ ਕਹਿ ਕੇ ਗਏ ਵੀ ਇਹ ਹੁਣ ਅਕਸ ਦਾ ਪ੍ਰਚਾਰ ਕਰਨਗੇ। ਕੋਈ ਘਰ ਪਰਿਵਾਰ ਚ ਨਹੀਂ, ਕੋਈ ਸਿਸਟਮ ਦਾ ਰੌਲਾ ਨਹੀਂ। ਦਸਵੇਂ ਪਾਤਸ਼ਾਹ ਨੇ ਇਕੱਲਾ ਪਰਿਵਾਰ ਥੋੜੀ ਨਾ ਮਾਰਿਆ। ਦੇਖੋ ਤਾਂ ਸਹੀ, ਅਨੰਦਪੁਰ ਸਾਹਿਬ ਜ਼ਮੀਨ ਜਾਇਦਾਦ ਕਿਲੇ ਸਭ ਕੁਝ ਛੱਡਿਆ।
ਸਾਰਾ ਕੁਝ ਵਾਰਿਆ, ਤਖਤ ਬਖਤ ਪਰਿਵਾਰ ਰਿਜਕ ਤ੍ਰੈ ਗੁਣ ਦਾ ਸਭ ਕੁਝ ਵਾਰਿਆ ਤੇ ਆਪਦੇ ਹੱਥੀਂ। ਇਹ ਨਹੀਂ ਵੀ ਪਿੱਛੋਂ ਲੜ ਲੜ ਕੇ ਉਹਨਾਂ ਦੇ ਤਖਤਾਂ ਪਿੱਛੇ ਲੋਕ ਲੜੇ ਤੇ ਫਿਰ ਖਤਮ ਹੋਇਆ, ਆਪਦੇ ਹੱਥੀਂ ਛੱਡਤਾ, ਸਭ ਛੱਡਤਾ। ਕਿਉਂ? ਹਮ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਏ ਜਗਤ ਤਮਾਸ਼ਾ। ਤਮਾਸ਼ਾ ਵੇਖਿਆ, ਪ੍ਰਚਾਰ ਕੀਤਾ, ਸੱਚ ਨਾਲ ਜੋੜਿਆ, ਆਵਾਜ਼ ਦਿੱਤੀ, ਵਾਪਸ ਕਿੱਥੇ ਗਏ ਜੀ? ਵਾਪਸ ਸੱਚ ਪ੍ਰਕਾਸ਼ ਦੇ ਵਿੱਚ ਚਲੇ ਗਏ। ਜਿੱਥੇ ਉਹਨਾਂ ਨੇ ਸਿੱਖਾਂ ਨੂੰ ਭੇਜਿਆ ਉੱਥੇ ਆਪ ਗਏ। ਕਲਾ ਵਰਤਾਈ ਨਾਮ ਦੇ ਨਾਲ ਜੋੜਨ ਦੇ ਲਈ। ਇਸ ਕਰਕੇ ਗੁਰਮੁਖ ਪਿਆਰਿਓ, ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤਾਂ ਦੇ ਮੁਤਾਬਕ ਸੱਚ ਦੇ ਨਾਲ ਜੁੜਨਾ, ਆਪ ਵੀ ਜੁੜਨਾ, ਗਾਂ ਵੀ ਜੋੜਨਾ। ਸਿਰਫ ਸਿੱਖਿਆ ਲੈਣੀ ਹੁੰਦੀ ਏ, ਗੁਰਸਿੱਖਾਂ ਮੀਤਾਂ ਤੋਂ, ਸਾਧੂ ਸੰਤਾਂ ਤੋਂ ਸਿੱਖਿਆ ਲੈਣੀ ਏ। ਉਹਨਾਂ ਦੇ ਨਾਲ ਪ੍ਰੇਮ ਬਣਾ ਕੇ ਰੱਖਣਾ ਹੈ, ਉਹਨਾਂ ਨੂੰ ਪਿਆਰ ਦੇ ਬਚਨ ਕਰਨੇ ਨੇ, ਸੁਣਨੇ ਨੇ, ਪੁੱਛਣਾ ਉਹਨਾਂ ਨੂੰ ਜਾ ਕੇ ਉਹਨਾਂ ਨਾਲ। ਕਿਉਂਕਿ ਹੋਰ ਸਾਨੂੰ ਕੌਣ ਸਿਖਾਏਗਾ? ਹੁਣ ਦੱਸੋ ਜੀ, ਤੁਸੀਂ ਸਕੂਲ ਵਿੱਚ ਪੜ੍ਹਦੇ ਹੋ, ਕੋਈ ਕਿਸੇ ਸਕੂਲ 'ਚ ਪੜ੍ਹਿਆ, ਕੋਈ ਕਿਸੇ ਸਕੂਲ 'ਚ ਪੜ੍ਹਿਆ। ਹੁਣ ਤੁਸੀਂ ਦੱਸੋ ਤੁਹਾਨੂੰ ਕਿਹੜੇ ਮਾਸਟਰ ਨੇ ਕੱਢਿਆ? ਕੱਢਿਆ ਤਾਂ ਆਖਰ ਤੁਹਾਡੇ ਅੰਦਰ ਜਿਹੜੀ ਤੁਹਾਡੀ ਬੁੱਧੀ ਦੇ ਵਿੱਚ ਜਿਹੜੀ ਸੁਰਤ 'ਚ ਜਿੰਨਾ ਪ੍ਰਕਾਸ਼ ਹੋਇਆ ਉਹਨੇ ਨਿਕਲੇ ਹੋ ਤੁਸੀਂ। ਠੀਕ ਹੈ? ਉਹ ਸਾਰੇ ਮਾਸਟਰਾਂ ਨੇ ਰਲ ਕੇ ਪੜ੍ਹਾਇਆ, ਸਕੂਲ ਦੇ ਸਟਾਫ ਨੇ ਪੜ੍ਹਾਇਆ, ਸਮੇਂ ਸਮੇਂ ਤੇ ਮਾਸਟਰ ਵੀ ਬਦਲੇ, ਵਰਦੀ ਵੀ ਦਿੱਤੀ, ਸਾਰਾ ਕੁਝ ਦਿੱਤਾ। ਹੁਣ ਅੱਜ ਜੇਕਰ ਤੁਹਾਡੇ ਅੰਦਰ ਜੇਕਰ ਕੋਈ ਤੁਹਾਨੂੰ ਹਿਸਾਬ, ਤੁਹਾਨੂੰ ਕੋਈ ਇੰਗਲਿਸ਼ ਹਿੰਦੀ ਦਾ ਆਉਂਦਾ, ਤੇ ਉਹ ਜਿਹੜਾ ਤੁਹਾਡੇ ਅੰਦਰ ਮਹਾਰਾਜ ਨੇ ਮਿਹਰ, ਜਿਹੜਾ ਤੁਹਾਡੇ ਅੰਦਰ ਆਤਮ ਰਾਮ ਜਿੰਨੀ ਤੁਹਾਡੀ ਬੁੱਧੀ ਸੀ ਉਹਦੇ ਮੁਤਾਬਕ ਆਉਂਦਾ। ਸੋ ਇਸੇ ਤਰੀਕੇ ਹੀ ਸੰਤ ਮਹਾਂਪੁਰਸ਼ ਹੁੰਦੇ ਨੇ, ਉਹ ਸਾਡੀ ਬੁੱਧੀ ਨੂੰ ਚਾਰਜ ਕਰਦੇ ਨੇ, ਸਾਨੂੰ ਗਿਆਨ ਧਿਆਨ ਬਖਸ਼ਦੇ ਨੇ। ਜਿਵੇਂ ਅੱਜ ਵੀ ਆਪਾਂ ਨੂੰ ਕੋਈ ਮਾਸਟਰ ਪੁਰਾਣਾ ਲੱਭ ਜੇ, ਆਪਾਂ ਉਹਦੇ ਪੈਰ ਫੜ ਲੈਂਦੇ ਆ ਵੀ ਯਾਰ ਇਹਨੇ ਬੜਾ ਜੀ ਕੁੱਟ ਕੇ ਸਿਖਾਇਆ ਸਾਨੂੰ। ਪਿਆਰ ਤਾਂ ਹੈਗਾ ਨਾ, ਮੱਥਾ ਟੇਕਣਾ ਆਪਾਂ ਨੂੰ। ਇਸ ਤਰ੍ਹਾਂ ਸੰਤ ਮਹਾਂਪੁਰਸ਼ ਨੇ। ਅੱਜ ਵੀ ਜਿਹੜੇ ਸਕੂਲ 'ਚ ਆਪਾਂ ਪੜ੍ਹਦੇ ਹੋਈ ਉਹਦੇ ਅੱਗੋਂ ਲੰਘੀਏ ਸਿਰ ਝੁਕ ਜਾਂਦਾ ਹੈ। ਇਸ ਤਰ੍ਹਾਂ ਸਾਡੇ ਗੁਰਦੁਆਰੇ ਮੰਦਿਰ ਮਸਜਿਦ ਨੇ, ਅਧਿਆਤਮ ਦੇ ਬ੍ਰਹਮ ਦੇ ਕੇਂਦਰ ਨੇ। ਪਰ ਇਹ ਤਾਂ ਨਹੀਂ ਵੀ ਹੁਣ ਤੁਸੀਂ ਮੰਨ ਲਓ ਮੈਂ DAV 'ਚ ਪੜ੍ਹਿਆ ਸਾਰੀ ਉਮਰ, ਫਿਰ ਮੈਂ ਸਰਕਾਰੀ ਕਾਲਜ ਪੜ੍ਹਿਆ, ਫਿਰ ਪਟਿਆਲੇ ਹੀ ਪੜ੍ਹਿਆ। ਹੁਣ ਇਹ ਤਾਂ ਨਹੀਂ ਮੈਂ ਉੱਥੇ ਜਾ ਕੇ ਮੱਥੇ ਹੀ ਟੇਕੀ ਜਾਵਾਂ, ਉੱਥੇ ਹੀ ਜੁੜ ਜਾ, ਉਹਦੇ ਬਾਹਰ ਹੀ ਘਰ ਹੀ ਪਾ ਲਵਾਂ, ਆਹ ਸਕੂਲ ਨੇ ਮੈਨੂੰ ਗਿਆਨ ਦਿੱਤਾ। ਇਹ ਤਾਂ ਨਹੀਂ। ਸਿੱਖਿਆ, ਅਦਬ ਸਤਿਕਾਰ ਰੱਖੋ, ਜੀਵਨ ਜੀਓ, ਜਾਓ ਖੁੱਲਾ। ਮਾਸਟਰਾਂ ਨੇ ਆਪਾਂ ਨੂੰ ਜਿੱਦਣ ਡਿਗਰੀ ਦਿੰਦੇ ਆ ਕੀ ਕਰਦੇ ਨੇ? ਲਓ ਵੀ ਅੱਜ ਤੋਂ ਤੁਸੀਂ ਸੰਪੂਰਨ ਹੋ, ਤੁਹਾਡੇ ਇੰਨੇ ਨੇ, ਜਾਓ ਸਮਾਜ ਵਿੱਚ ਜਾ ਕੇ ਊਰਜਾ ਫੈਲਾਓ ਗਿਆਨ ਦੀ। ਕੋਈ ਲੋੜ ਹੋਵੇ ਮਾਸਟਰਾਂ ਦਾ ਸੰਪਰਕ ਕਰ ਲਿਆ ਜੀ ਭਾਈ, ਤੁਸੀਂ ਸੰਪੂਰਨ ਹੋ। ਠੀਕ ਹੈ ਨਾ? ਪਰ ਇੱਕ ਨਸ਼ਾ ਛਡਾਊ ਕੇਂਦਰ ਹੁੰਦੇ ਨੇ, ਇਹ ਗੱਲ ਸੁਣਿਆ। ਕੁਛ ਨਸ਼ਾ ਛਡਾਊ ਕੇਂਦਰ ਹੁੰਦੇ ਨੇ ਸਹੀ, ਕੁਛ ਗਲਤ ਹੁੰਦੇ ਨੇ। ਜਿਹੜੇ ਨਸ਼ਾ ਛਡਾਉਂਦੇ ਨੇ ਨਾ, ਮੰਨ ਲਓ ਹੁੰਦੇ ਉਹ ਵੀ ਸਕੂਲ ਹੀ ਨੇ। ਕੁਛ ਐਸੇ ਹੁੰਦੇ ਨੇ ਵੀ ਉਹ ਨਸ਼ਾ ਛਡਾਉਂਦੇ ਨੇ, ਉਹ ਨਸ਼ਾ ਛਡਾਉਣ ਲਈ ਉੱਥੇ ਹੋਰ ਇੱਕ ਨਸ਼ੇ ਦੀ ਗੋਲੀ ਨਾਲ ਲਾ ਦਿੰਦੇ ਨੇ। ਉਹ ਡੋਜ਼ ਦੇ ਵਿੱਚ ਨਾ ਕੁਛ ਮਿਲਾਵਟ ਦਿੰਦੇ ਨੇ ਵੀ ਇਹ ਸਾਡੇ ਨਾਲ ਜੁੜਿਆ ਰਵੇ। ਜੇ ਹੁਣ ਨਸ਼ੇੜੀ ਉੱਥੇ ਰਹੀ ਜਾਣਗੇ ਤੇ ਉਹਨਾਂ ਨੂੰ ਪੈਸਾ ਵੀ ਮਿਲੇਗਾ, ਸਭ ਕੁਝ ਮਿਲੇਗਾ, ਆਪ ਜੋ ਗੱਲ ਕਰਦੇ ਨੇ। ਉਹ ਜਿਹੜਾ ਨਸ਼ੇੜੀ ਹੈ, ਜਦੋਂ ਨਸ਼ੇ ਪਹਿਲਾਂ ਤਾਂ ਉਹਨੂੰ ਘਰ ਫੀਮ ਭੁੱਕੀ ਤੇ ਚਰਸ ਲੱਗੀ ਹੋਈ ਸੀ, ਤੇ ਉਹ ਨਸ਼ੇ ਛਡਾਓ ਕੇਂਦਰ 'ਚ ਉਹ ਤਾਂ ਛੱਡ ਗਿਆ ਤੇ ਉਹਨਾਂ ਵਾਲਾ ਵੱਖਰਾ ਲੱਗ ਗਿਆ। ਕਈ ਡਾਕਟਰ ਵੀ ਐ ਕਰਦੇ ਆ, ਮਰੀਜ਼ ਨੂੰ ਇਹੋ ਜਿਹੀ ਗੋਲੀ ਲਾ ਦਿੰਦੇ ਨੇ। ਜਿਵੇਂ ਹੁਣ ਅੱਜ ਉਹਨਾਂ ਨੇ ਵੀ ਤਾਂ ਆਪਦੀ ਦੁਕਾਨਦਾਰੀ ਚਲਾਉਣੀ ਹੈ, ਆਂਦੇ ਸਾਨੂੰ ਤਾਂ ਉਸੇ ਡਾਕਟਰ ਦੀ ਦਵਾਈ ਲੱਗਦੀ। ਉਹ ਐਸਾ ਸਾਲਟ ਫਿੱਟ ਕਰ ਦਿੰਦਾ, ਮਹੀਨੇ ਕੁ ਪਿੱਛੋਂ ਜਾ ਕੇ ਆਪਾਂ ਉਹਨਾਂ ਦਾ 500-700 ਰੁਪਇਆ ਜਿਹੜਾ ਦੇ ਆਉਂਦੇ, ਉਹਨਾਂ ਦੀ ਫੀਸ, ਦਵਾਈਆਂ ਦੇ ਵੱਖਰੇ। ਇਸ ਤਰ੍ਹਾਂ ਕਈ ਅਨਾੜੀ ਅਸੰਤ ਹੁੰਦੇ ਨੇ, ਐਸਾ ਗਿਆਨ ਤਰੀਕਾ ਜਿਹਾ ਉਲਝਾਉਂਦੇ ਨੇ, ਮਤਲਬ ਕਿ ਨਾ ਵੀ ਆਏ ਮਹੀਨੇ ਜਿਹੜਾ 5-7 ਹਜ਼ਾਰ ਕੋ ਦਾਣਾ ਡੱਪਾ ਇਹ ਦਿੰਦਾ ਰਵੇ। ਉਹ ਗੁਰੂ ਨਾਨਕ ਦੇ ਸੰਤ ਥੋੜੀ ਨਾ ਨੇ। ਐਸੇ ਸੰਤ ਨਾ ਮੁਕੋ ਭਾਵੇਂ ਡਾਲਾ ਸਿਓ ਪੇਡਾ ਗਟਕਾਵਾਂ। ਗਿਆਨ ਦੇ ਵੰਡੇ ਸਾਰੇ ਦਾ ਸਾਰਾ ਬੰਦਾ ਖਾ ਜਾਂਦੇ ਨੇ। ਇਹ ਸੰਤ ਨਹੀਂ ਜੇਗੇ, ਠੱਗ ਜੇ ਠੱਗ। ਤੁਹਾਨੂੰ ਕਰਕੇ ਫਿਰ ਆਂਦੇ ਜਾਓ ਟਰਾਲੀਆਂ ਭਰ ਕੇ ਲਿਆਓ, ਹੁਣ ਇੱਥੇ ਬੰਦੇ ਸਾਡੇ ਕੋਲ ਲਿਆਓ। ਤੇਰੇ ਜੋਗੀ ਰਹਿ ਗਏ ਬਾਬਾ, ਅਸੀਂ ਤਾਂ ਫਿਰ ਜਵਾਕ ਜੱਲੇ, ਸਾਡਾ ਜੋ ਮਹਾਰਾਜ ਨੇ ਰਿਜ਼ਕ ਦਿੱਤਾ ਉਹ ਵੇਚ ਵੱਟ ਕੇ ਕਹਿੰਦਾ ਇੱਥੇ ਇਨਵੈਸਟ ਕਰ ਲਓ, ਡੇਰੇ ਦੇ ਨਾਲ ਪਾਓ ਕਰ। ਇਹ ਅੰਤ ਨੇ, ਕੁਛ ਨਹੀਂ ਹੈਗਾ। ਬਚੋ ਠੱਗਾਂ ਤੋਂ ਬਚੋ। ਤਾਂ ਹੀ ਘਰ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਹੁੰਚਾਇਆ। ਬੀੜਾਂ ਲਿਖਵਾਈਆਂ, ਹੁਣ ਛਾਪੇ ਖਾਨੇ ਵੀ ਕਿਸੇ ਨੂੰ ਕਿਸੇ ਨਾਲ ਜੁੜਨ ਦੀ ਲੋੜ ਨਹੀਂ। ਘਰ ਘਰ ਨੇ ਮਹਾਰਾਜ ਦੀ ਬਾਣੀ।
ਸੰਤਾਂ ਮਹਾਂਪੁਰਸ਼ ਤੁਹਾਡੇ ਸਾਰੇ ਰਲ ਮਿਲ ਕੇ ਕਰੋ, ਤੁਸੀਂ ਕਿਸੇ ਨਾਲ ਨਾ ਜੁੜੋ। ਜੋ ਮਹਾਰਾਜ ਨੇ ਤੁਹਾਨੂੰ ਰਿਜ਼ਕ ਦਿੱਤਾ ਹੈ, ਸਾਡਾ ਰਿਜ਼ਕ ਤਾਂ ਮਾਇਆ ਨੇ ਦੇਤਾ, ਤੇ ਜਿਹੜਾ ਬਾਬਿਆਂ ਨੂੰ ਦਿੱਤਾ ਉਹ ਅਕਾਲ ਪੁਰਖ ਨੇ ਦਿੱਤਾ ਹੈ। ਦੇਖੋ ਅਕਲ ਕੱਢ ਦਿੰਦੇ ਆ ਸਾਡੇ ਗੁਰਮੁਖੋ। ਨਾਮ ਸ਼ਬਦ ਇਸ ਕਲਯੁਗ ਵਿੱਚ ਜੇ ਤੁਸੀਂ ਭੇਤ ਲੈਣਾ, ਚਾਰਜ ਹੋ ਕੇ ਰਹਿਣਾ ਬਹੁਤ ਜ਼ਰੂਰੀ ਆ। ਵੀ ਜਿਹੜਾ ਬਾਬਾ ਜੀ ਨੂੰ ਦਿੱਤਾ ਹੈ ਉਹ ਤਾਂ ਜੀ 10ਵੇਂ ਦੁਆਰ ਚੋਂ ਆਇਆ ਹੈ, ਤੇ ਜਦੋਂ ਸਾਡੀ ਗੱਲ ਆਉਂਦੀ ਹੈ ਤਾਂ ਪੰਜਾਂ ਦਾ ਹੈ ਜੀ, ਇਹ ਤਾਂ ਮਾਇਆ ਨੇ ਦਿੱਤਾ ਜੀ, ਇਹ ਤਾਂ ਕਾਲ ਨੇ ਦਿੱਤਾ ਜੀ, ਵੱਡੀ ਗੱਲ। ਸੋ ਇਸ ਤਰੀਕੇ ਗੁਰਮੁਖੋ ਸ਼ਬਦ ਨਾਲ, ਬ੍ਰਹਮ ਗਿਆਨ ਨਾਲ ਜੁੜਨਾ ਹੈ, ਪਰ ਦੇਹ ਕਿਸੇ ਨਾਲ ਨਹੀਂ ਜੁੜਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜ ਕੇ ਬ੍ਰਹਮ ਦਾ ਗਿਆਨ ਲਓ। ਸਭ ਘਟ ਦੇ ਵਿੱਚ ਰਾਮ ਹੈ। ਸਿੱਖੋ ਜਿਵੇਂ ਆਪਾਂ ਸਕੂਲ ਵਿੱਚੋਂ ਸਿੱਖਣੇ ਆ, ਰਕਮਾਂ ਬਣਾਉਣੀਆਂ ਸਿੱਖਣੇ ਆ, ABC ਸਿੱਖਦੇ ਆ, ਸਾਇੰਸ ਦੀ ਲੈਂਗੁਏਜ ਸਿੱਖਦੇ ਆ, ਸੋਸ਼ਲ ਸਟੱਡੀ ਸਿੱਖਦੇ ਆ, ਧਰਮ ਸਿਧਾਂਤ ਸਿੱਖਦੇ ਆ। ਜੇ ਆਪਾਂ ਹੁਣ ਮਿਊਜ਼ਿਕ ਸਿੱਖਣਾ ਹੈ, ਕੁਝ ਸਮਾਂ ਲੈ ਕੇ ਉਹ ਸੁਰਾਂ ਤਾਲ ਆਪਾਂ ਨੂੰ ਸਾਰਾ ਕੁਝ ਸਿਖਾ ਦਿੰਦਾ ਹੈ। ਉਸ ਤੋਂ ਬਾਅਦ ਕਹਿੰਦਾ ਭਾਈ ਮੇਰਾ ਕੋਰਸ ਪੂਰਾ ਹੈ, ਤੂੰ ਆਪਦਾ ਕਰੋ ਹੁਣ, ਠੀਕ ਹੈ ਨਾ। ਇਹ ਤਾਂ ਨਹੀਂ ਨਾ ਐਡਿਕਸ਼ਨ ਹੀ ਆਪਾਂ ਕਰ ਲਈਏ। ਇਸ ਤਰ੍ਹਾਂ ਕਰਕੇ ਸੰਤ ਸਾਧੂ ਗੁਰਦੁਆਰੇ ਮੰਦਿਰ ਮਸਜਿਦ ਸਾਰੇ ਸਨਮਾਨਯੋਗ ਨੇ, ਉਹਨਾਂ ਵਿੱਚ ਨਾਮ ਦਾ ਸੱਚ ਦਾ ਭੇਤ ਹੈ। ਉੱਥੇ ਜਾਓ, ਸਿੱਖੋ, ਫਿਰ ਉਹਨਾਂ ਦਾ ਸਤਿਕਾਰ ਆਦਰ ਜ਼ਰੂਰ ਕਰੋ। ਕਿਉਂਕਿ ਵੇਖੋ ਜਿਹੜੇ ਮੇਰੇ ਮਾਸਟਰ ਨੇ ਜਾਂ ਜਿਹੜੇ ਨੇ ਕਈ ਮਾਸਟਰ, ਹੁਣ ਤਾਂ ਚਲੋ ਮਾਸਟਰਾਂ ਦੀਆਂ ਤਨਖਾਹਾਂ ਬੜੀਆਂ ਨੇ, ਸਾਡੇ ਟਾਈਮ ਨਹੀਂ ਸੀ ਹੁੰਦੀਆਂ ਇੰਨੀਆਂ ਤਨਖਾਹਾਂ। ਆ ਪਿੱਛੇ ਤੱਕ ਵੀ ਫਿਕਰ ਹੁੰਦੇ ਹੁਣ ਦੀਵਾਲੀ, ਕਈ ਆਪਣੇ ਮਾਸਟਰ ਬੜੇ ਪਿਆਰੇ ਹੁੰਦੇ, ਦੀਵਾਲੀ ਤੇ ਆਪਾਂ ਉਹਨਾਂ ਨੂੰ ਸੰਭਾਲ ਕੇ ਆਉਣੇ ਆ। ਮਾਸਟਰ ਜੀ ਆ ਲਓ ਜੂਸ, ਮਾਸਟਰ ਜੀ ਆ ਲਓ ਛਾਲ, ਸਰਦੀ ਗਰਮੀ ਆਪਾਂ ਜਾਂਦੇ ਆ ਨਾ ਉਹਨਾਂ ਨੂੰ ਮਿਲਣ, ਵੀ ਬੜਾ ਜੀ ਤੁਸੀਂ ਪਰਉਪਕਾਰ ਕੀਤਾ ਸਾਡੇ ਤੇ। ਮਾਸਟਰ ਵੀ ਖੁਸ਼ ਹੁੰਦਾ ਵੀ ਮੈਨੂੰ ਬੱਚਾ ਅੱਜ ਤੱਕ ਯਾਦ ਕਰਦਾ। ਇਸ ਤਰ੍ਹਾਂ ਜਿਹੜੇ ਸੰਤ ਮਹਾਂਪੁਰਸ਼ ਨੇ ਉਹਨਾਂ ਨੂੰ ਸੰਭਾਲਣੇ ਆ, ਮਿਲਣੇ ਆ, ਚਾਰਜ ਹੋਣ ਜਾਂਦੇ ਆ ਆਪਾਂ ਉਹਨਾਂ ਦੇ ਕੋਲ ਵੀ ਕਰੋ ਜੀ, ਅਜੇ ਸਾਡੀਆਂ ਬੈਟਰੀਆਂ ਇੰਨੀਆਂ ਨਹੀਂ ਬੜੀਆਂ, ਤੁਸੀਂ ਕਰੋ ਹੋਰ ਕਿਰਪਾ, ਕੋ ਦੱਸੋ, ਕੋ ਸੋਹਲੇ ਦਿਓ। ਕਿਉਂਕਿ ਦੇਖੋ 8ਵੀਂ 10ਵੀਂ 12ਵੀਂ ਉਹ ਪੜ੍ਹਾਈ ਅਲੱਗ ਹੈ, ਉਹ ਇੱਕ ਪੁਆਇੰਟ ਤੇ ਜਾ ਕੇ ਮੁੱਕ ਜਾਂਦੀ ਹੈ। ਇਹ ਜਿਹੜੀ ਬ੍ਰਹਮ ਦੀ ਪੜ੍ਹਾਈ ਇਹ ਤਾਂ ਸਾਰੀ ਉਮਰ ਹੀ ਕਰੀ ਜੋ, ਮੁੱਕਦੀ ਨਹੀਂ। ਇਸ ਕਰਕੇ ਸਾਰੀ ਉਮਰ ਹੀ ਸੰਤਾਂ ਮਹਾਂਪੁਰਸ਼ਾਂ ਨਾਲ ਆਪਾਂ ਜੁੜੇ ਰਹਿੰਦੇ ਆ। ਪਰ ਕਿਵੇਂ ਜੁੜੇ ਰਹਿੰਦੇ ਆ? ਪਿਆਰ ਵਜੋਂ, ਉਹਨਾਂ ਤੋਂ ਕੁਝ ਲੈਣ ਲਈ, ਨਾ ਕਿ ਉਹਨਾਂ ਦੇ ਦੇਹ ਦੀ ਸੇਵਾ ਕਰਨ ਲੱਗ ਜਾਂਦੇ ਆ। ਸਮਝ ਆਈ ਨਾ? ਇਸ ਤਰ੍ਹਾਂ ਜੁੜਨਾ ਆਪਦੇ ਪਿਆਰ ਵਜੋਂ, ਕੁਝ ਲੈਣ ਲਈ। ਤੇ ਜਿੰਨੇ ਕੁਝ ਲੈਣਾ ਉਹ ਸਾਰੀ ਉਮਰ ਹੀ ਜੁੜਿਆ ਰਹਿੰਦਾ, ਤੁਸੀਂ ਖੱਟਦੇ ਰਹੋਗੇ, ਠੀਕ ਹੈ ਕਿ ਨਹੀਂ। ਆਪਾਂ ਸਾਰੀ ਉਮਰ ਇੱਕ ਦੂਜੇ ਨਾਲ ਜੁੜੇ ਰਹਾਂਗੇ। ਤੇ ਜਿੰਨੇ ਕਈ ਤਾਂ ਇਸਦਾ ਤੁਸੀਂ ਆਪੇ ਤਾਂ ਕਹਿ ਜੁੜਨਾ ਨਹੀਂ, ਤੇ ਬਿਲਕੁਲ ਵੀ ਜੇ ਸੰਤਾਂ ਮਹਾਂਪੁਰਸ਼ਾਂ ਤੋਂ ਗੁਰਮੁਖਾਂ ਤੋਂ ਪਿੱਛੇ ਹਟ ਜਾਂਦੇ ਆ ਜਿਹੜੇ ਆਲੇ ਦੁਆਲੇ, ਉਹ ਸਾਡਾ ਨਾਮ ਸਿਮਰਨ ਛੁੱਟ ਜਾਂਦਾ, ਠੀਕ ਹੈ ਨਾ। ਜਦੋਂ ਤਾਂ ਸਾਨੂੰ ਕੁਝ ਕਰਨਾ ਨਹੀਂ ਆਉਂਦਾ, ਕੁਝ ਖੱਟਣ ਲਈ ਜੁੜਨਾ, ਤੇ ਜਦੋਂ ਸਾਨੂੰ ਕਰਨਾ ਆ ਗਿਆ ਫਿਰ ਇੱਕ ਦੂਜੇ ਨਾਲ ਸਾਂਝ ਪਾਉਣ ਲਈ ਜੁੜਨਾ। ਪਿਆਰ ਬਣਾ ਕੇ ਰੱਖਣਾ, ਪਰ ਕਦੇ ਵੀ ਦੇਹੀ ਦੇ ਨਾਲ ਨਹੀਂ ਜੁੜਨਾ। ਸੋ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਤੁਹਾਨੂੰ ਅੱਜ ਸੱਚ ਨੂੰ ਕਿਵੇਂ ਵੇਖਣਾ ਹੈ ਉਹਦਾ ਤਰੀਕਾ, ਫਿਰ ਉਹ ਪਹਿਲਾਂ ਪਛਾਣ ਕਰੋ, ਫਿਰ ਉਸ ਤੋਂ ਬਾਅਦ ਆਤਮ ਰਾਮ ਅੰਤਰਗਤ ਪ੍ਰਕਾਸ਼ ਸਾਰਾ ਖੇਲ ਕਿਵੇਂ ਹੈ ਉਹ ਫਿਰ ਜਿਵੇਂ ਰਲ ਮਿਲ ਕੇ ਸੰਗਤੀ ਰੂਪ ਵਿੱਚ। ਕਿਉਂਕਿ ਵੇਖੋ ਕੋਈ ਵੀ ਇਹ ਖੇਲ ਸਾਰਾ ਧਿਆਨ ਦਾ, ਸੂਖਮ ਦਾ ਹੈ। ਕੋਈ ਵੀ ਗੁਰਮੁਖ ਆਪਾਂ ਪਹਿਲਾਂ ਵੀ ਬੜੀ ਵਾਰੀ ਬੇਨਤੀ ਕਰਦੇ ਹਾਂ, ਆਪ ਦੇ ਮੁਤਾਬਕ ਜੇਕਰ ਨਹੀਂ ਪਤਾ ਲੱਗਦਾ ਵੀ ਧਿਆਨ ਗਿਆਨ ਦਾ ਖੇਲ ਕੀ ਹੈ, ਧੱਕਾ ਕਰਕੇ ਕੋਈ ਆਪਦੇ ਸਰੀਰ ਉੱਪਰ ਲੋਡ ਲੈ ਕੇ ਕੋਈ ਵੀ ਜੁਗਤੀ ਵਿਧੀ ਨਾ ਲਾਵੇ। ਮੈਂ ਦੱਸਿਆ ਕਿ ਵੀ ਗੁਰੂ ਨਾਨਕ ਨੇ ਕੋਈ ਜੁਗਤੀਆਂ ਵਿਧੀਆਂ ਨਾਲ ਨਹੀਂ ਜੋੜਿਆ, ਇਹ ਤਾਂ ਤਰੀਕੇ ਦੱਸਿਆ ਮਨ ਨੂੰ ਸਾਫ਼ ਕਰਨ ਦੇ, ਗੁਣਾਂ ਨੂੰ ਸੰਪੂਰਨ ਕਰਨ ਲਈ। ਸਾਡੇ ਮਨ 'ਚ ਸਹਿਜ ਕਿਵੇਂ ਆਏ? ਮਨ 'ਚ ਸਹਿਜ ਜਪ ਜਪ ਕੇ, ਗਿਆਨ ਲੈ ਕੇ, ਸੰਗਤ ਕਰਕੇ ਆਉਂਦੀ ਏ। ਫਿਰ ਉਸ ਤੋਂ ਬਾਅਦ ਜਿਹੜੇ ਅੰਦਰ ਇਲਾਹੀ ਖਜ਼ਾਨੇ ਨੇ ਉਹ ਕਿਵੇਂ ਖੁੱਲਣ, ਉਹ ਤਰੀਕੇ ਵੱਖਰੇ ਨੇ। ਮਨ ਨੂੰ ਸਹਿਜ ਕਰਨ ਦੇ ਤਰੀਕੇ ਵੱਖਰੇ ਨੇ, ਵਿਚਾਰ ਨੂੰ ਬਦਲਣ ਦੇ ਲਈ ਤਰੀਕੇ ਵੱਖਰੇ ਨੇ, ਜਪਣ ਦੇ ਤਰੀਕੇ ਵੱਖਰੇ ਆ, ਸਮਾਜ ਵਿੱਚ ਵਿਚਰਨ ਦੇ ਤਰੀਕੇ ਵੱਖਰੇ ਆ। ਸਾਰੇ ਸਿਧਾਂਤ ਗੁਰਬਾਣੀ ਵਿੱਚ ਦਿੱਤੇ ਆ। ਧੁਨਾਂ ਵਿੱਚ ਕਿਵੇਂ ਬੈਠੀ ਉਹ ਤਰੀਕੇ ਵੱਖਰੇ ਆ। ਸੋ ਹੌਲੀ ਹੌਲੀ ਕਰਨਾ, ਕਿਸੇ ਨੇ ਧੱਕਾ ਨਹੀਂ ਕਰਨਾ, ਸਰੀਰ ਦਾ ਨੁਕਸਾਨ ਨਹੀਂ ਕਰਨਾ, ਪੁੱਛ ਕੇ ਚੱਲਣਾ ਹੈ, ਨਾਲ ਰਲ ਕੇ ਚੱਲਣਾ ਹੈ। ਸੋ ਇੰਨੇ ਬਚਨ ਨੇ। ਆਓ ਫਿਰ ਥੋੜਾ ਜਿਹਾ ਅਭਿਆਸ ਕਰ ਲਈਏ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਅੱਜ ਦੀ ਕਲਾਸ ਦੀ ਆਪਣੀ ਦੀ ਸਮਾਪਤੀ ਹੈ। ਕੱਲ ਨੂੰ ਜੇ ਗੁਰੂ ਸਾਹਿਬ ਕਿਰਪਾ ਕੀਤੀ ਤੇ ਲਗਾਵਾਂਗੇ। ਆਓ ਫਿਰ ਸਾਰੇ ਜਪੀਏ ਆਪਾਂ ਜੀ। ਵਾਹਿਗੁਰੂ ਵਾਹਿਗੁਰੂ।